साहिब गुणी निधाना, तुमरी महिमा बरन न सकूं। तू ठाकुर ऊच भगवाना, ज्यों बुलावें त्यों बोलें स्वामी। कुदरत कवण हमारी, साध संग नानक जस गायो। जो प्रभ की अत प्यारी, धन वाहिगुरु साहिब जी। कबीर जो हम जंत बजावते, टूट गई सब तार। जंत विचारा क्या करे, चले बजावन हार। कबीर जो हम जंत बजावते, टूट गई सब तार। जंत विचारा क्या करे, चले बजावन हार। परम सन्मानयोग सतगुरु श्री गुरु ग्रंथ साहिब महाराज जी दी पावन हजूरी दे अंदर गुरु बख्शिश दे सदका हर रोज़ की तरह हाज़रियाँ भरदी हुई गुरु प्यार वाली गुरु सवारी साध संगत जीओ, सतगुरु जी की बख्शिश दे सदका आप जी ने पावन बाणी दे कीर्तन सुने हैं। शब्द विचार दे अधीन भगत कबीर साहब जी दे पावन सलोकां नूं समझण दी कोशिश असीं पिछले समय तो करते पे हाँ। अज दे पावन सलोक दा पाठ आप जी ने सुनिया है। सतगुरु कृपा करन इस पावन सलोक नूं समझण दी कोशिश करिए। ये थोड़ा जिहा वखरे जे विषय वाला सलोक है और बहुत घट इहो जे विषय बोले जाते हैं और जिंदगी दी तब्दीली दे नाल संबंधित ये सलोक है। इस करके जिदा भी सतगुरु कृपा कराउणगे मैं आप जी दे अगे इनू रखण दी कोशिश करांगा। पर मैं पहला फिर बेनती कर देवां, ये थोड़ा जिहा ज़्यादा ध्यान ला के समझण वाला विषय है। ये आम जल्दी जल्दी समझ आने वाला विषय नहीं है। फिर भी सतगुरु कृपा करन, सतगुरु जी मैनू मत देण ते मैं आप जी दे अगे रख सकां। विचार की आरंभता तो पहला फतेह दे नाल सांझ पाओ जी। वाहिगुरु जी का खालसा वाहिगुरु जी की फतेह। कबीर जो हम जंत बजावते। जंत लफज एक तो वरतिया जाता है जिहड़े जीव जंतु हुंदे ने उन्हां दे लई। एक जंत लफज हुंदा है यंत्र दे लई। जिस तरह हारमोनीयम एक यंत्र है, इंस्ट्रूमेंट कह सकते हैं आपां इहनूं यंत्र, और उहदे विचों आवाज़ निकलती है। कोई हारमोनीयम है, तबला है, इदां होर जिन्ने भी यंत्र कहे जा सकते हैं। जिद्दां हुण तुहाडे सामने कीर्तन हो के हटिया है तो वह तबले दे नाल उहदे विचों आवाज़ निकलती पई है ना, साउंड पैदा हुंदा है। इदां लगातार साउंड एक साडे अंदर भी चलदा पिया। हुण तुसीं क्योंकि गल नूं इत्थों शुरू करांगा। साउंड दो तरीके दा हुंदा है। एक साउंड वो हुंदा है जिहड़ा सानूं सकून दिंदा है,
ਜਿਹਨੂੰ ਸੁਣ ਕੇ ਤੇ ਸਾਨੂੰ ਆਨੰਦ ਆਉਂਦਾ ਹੈ, ਉਹ ਹੁੰਦਾ ਹੈ ਸੁਰ। ਟਿਊਨ ਮਤਲਬ ਚੰਗੀ ਟਿਊਨ ਹੋਵੇਗੀ ਤੇ ਸਾਨੂੰ ਸੁਰ ਦੇਵੇਗਾ, ਸਾਨੂੰ ਸਕੂਨ ਦੇਵੇਗਾ। ਪਰ ਆਵਾਜ਼ ਤੇ ਪੱਖੇ ਵੀ ਕਰਦੇ ਪਏ ਨੇ। ਆਵਾਜ਼ ਕਿੰਨੀਆਂ ਹੋਰ ਚੀਜ਼ਾਂ ਨੇ, ਕਿੰਨਾ ਕੁਝ ਆਵਾਜ਼ ਕਰਦੀਆਂ ਰਹਿੰਦੀਆਂ ਨੇ। ਸਾਊਂਡ ਤੇ ਉਹਨਾਂ ਦੇ ਵਿੱਚ ਵੀ ਹੈ, ਪਰ ਉਸ ਸਾਊਂਡ ਦਾ ਕੋਈ ਸਵਾਦ ਨਹੀਂ ਹੈ। ਉਹ ਸਗੋਂ ਬੇਸੁਰੀਆਂ ਲੱਗਦੀਆਂ ਨੇ, ਬੇਸਵਾਦੀਆਂ ਲੱਗਦੀਆਂ ਨੇ ਵੀ ਇਹ ਜਿਹੜਾ ਚੰਗੀ ਚੀਜ਼ ਮੈਂ ਸੁਣਨਾ ਚਾਹੁੰਦਾ ਹਾਂ ਉਹਨੂੰ ਵੀ ਨਹੀਂ ਸੁਣਨ ਦੇ ਰਹੇ। ਇਹ ਇੱਦਾਂ ਦੀ ਗੱਲ ਹੈ ਵੀ ਇੱਕ ਸਾਊਂਡ ਉਹ ਹੈ ਜਿਹਨੂੰ ਅਸੀਂ ਸੁਣਨਾ ਚਾਹੁੰਦੇ ਹਾਂ, ਮੈਲੋਡੀ ਜਿਹਨੂੰ ਕਿਹਾ ਜਾਂਦਾ ਹੈ, ਮਿਠਾਸ ਜਿਹਨੂੰ ਕਿਹਾ ਜਾਂਦਾ ਹੈ। ਇੱਕ ਸੁਰ ਉਹ ਹੁੰਦਾ ਹੈ ਜਿਹਦੇ ਵਿੱਚ ਆਵਾਜ਼ ਤੇ ਹੁੰਦੀ ਹੈ ਪਰ ਬਿਲਕੁਲ ਬੇਸੁਰਾ ਹੁੰਦਾ ਹੈ, ਬਿਲਕੁਲ ਬੇਸੁਰਾ। ਹੁਣ ਇਹ ਸਾਡੇ ਅੰਦਰ ਚੱਲਦੀ ਰਹਿੰਦੀ ਹੈ ਲਗਾਤਾਰ ਚੀਜ਼। ਜਿਹੜਾ ਸਾਊਂਡ ਸਾਡੇ ਅੰਦਰ ਹੋ ਰਿਹਾ ਹੈ ਨਾ, ਇੱਕ ਤੇ ਬਾਹਰ ਦਾ ਵਾਜਾ ਹੈ ਕਿ ਕੋਈ ਚੰਗਾ ਵਜਾਵੇਗਾ ਤੇ ਸਾਨੂੰ ਸੁਣ ਕੇ ਮਜ਼ਾ ਆ ਰਿਹਾ ਹੈ, ਆਨੰਦ ਆ ਰਿਹਾ ਹੈ ਵੀ ਬਹੁਤ ਵਧੀਆ ਹਾਰਮੋਨੀਅਮ ਵਜਾ ਰਿਹਾ ਹੈ, ਬਹੁਤ ਵਧੀਆ ਗਾਇਆ ਜਾ ਰਿਹਾ ਹੈ, ਇੰਸਟਰੂਮੈਂਟ ਬਹੁਤ ਵਧੀਆ ਪਲੇ ਕੀਤਾ ਜਾ ਰਿਹਾ। ਤੇ ਪਰ ਇੱਦਾਂ ਹੋਵੇ ਵੀ ਕੋਈ ਸੁਰ ਦੱਬ ਦੇਵੇ, ਕੋਈ ਸੁਰ ਦੱਬ ਦੇਵੇ। ਜਿਨ੍ਹਾਂ ਨੂੰ ਥੋੜ੍ਹਾ ਜਿਹਾ ਕੀਰਤਨ ਦਾ ਪਤਾ ਹੋਵੇਗਾ ਉਹਨਾਂ ਨੂੰ ਗੱਲ ਸਮਝ ਆ ਜਾਵੇਗੀ ਵੀ ਕੋਈ ਰਿਦਮ ਤੋਂ ਇੱਧਰ ਤੁਰਿਆ ਫਿਰੇ, ਕੋਈ ਰਿਦਮ ਤੋਂ ਉੱਧਰ ਤੁਰਿਆ ਫਿਰੇ। ਇਹ ਤਿੰਨ ਜਾਣੇ ਬੈਠੇ ਸੀ, ਇੱਕ ਜਾਣਾ ਉੱਧਰ ਨੂੰ ਵਜਾਈ ਜਾਵੇ, ਇੱਕ ਕਿਸੇ ਪਾਸੇ ਗਾਈ ਜਾਵੇ, ਦੂਜਾ ਕਿਸੇ ਪਾਸੇ ਗਾਈ ਜਾਵੇ, ਫਿਰ ਕੀ ਬਣੇਗਾ? ਉਹ ਜਿਹੜੀ ਟਿਊਨ ਹੈ ਨਾ ਉਹ ਬੇਸੁਰੀ ਹੋ ਜਾਵੇਗੀ। ਔਰ ਜਿਹੜੀ ਚੀਜ਼ ਬੇਸੁਰੀ ਹੋਗੀ ਉਹਦੇ ਵਿੱਚੋਂ ਆਨੰਦ ਖਤਮ ਹੋ ਜਾਵੇਗਾ। ਵੱਜੇਗਾ ਤੇ ਜ਼ਰੂਰ, ਆਵਾਜ਼ ਤੇ ਆਵੇਗੀ, ਪਰ ਉਸ ਆਵਾਜ਼ ਦਾ ਕੋਈ ਆਨੰਦ ਨਹੀਂ ਹੋਵੇਗਾ। ਇਹ ਕਹਿ ਤੇ ਸਿਰਫ ਇਹਨਾਂ ਦੀ ਉਦਾਹਰਣ ਲੈ ਲਈਏ ਕਿਉਂਕਿ ਮੇਰੇ ਤਾਂ ਚਲੋ ਭਰਾ ਨੇ, ਮੈਂ ਇਸ ਕਰਕੇ ਕਹਿ ਰਿਹਾ। ਇਹ ਨਹੀਂ ਵੀ ਬੁਰਾ ਗੰਦ ਜਿਹੜਾ ਨੇ ਉਹ ਕਰਕੇ ਗਏ ਨੇ, ਸਿਰਫ ਉਦਾਹਰਣ ਹੈ ਵੀ ਤੁਸੀਂ ਆਪਣਾ ਗਾਈ ਜਾਓ, ਇਹ ਆਪਣਾ ਗਾਈ ਜਾਣ, ਕੋਈ ਦੂਜਾ ਆਪਣਾ ਗਾਈ ਜਾਵੇ, ਸਾਰਿਆਂ ਨੂੰ ਇੱਕ ਦੂਜੇ ਦੀ ਸਮਝ ਹੀ ਨਾ ਲੱਗੇ ਤੇ ਇੱਥੇ ਕੀ ਹਾਲ ਹੋ ਜਾਵੇ। ਪੱਖੇ ਆਪਣਾ ਕੰਮ ਕਰੀ ਜਾਂਦੇ, ਅਸੀਂ ਆਪਣਾ ਕੰਮ ਕਰੀ ਜਾਂਦੇ। ਉਹ ਕੀ ਹੋ ਗਿਆ, ਇੰਨਾ ਜ਼ਿਆਦਾ ਰੌਲਾ ਪੈ ਰਿਹਾ ਹੈ, ਸ਼ੋਰ ਹੋ ਗਿਆ ਸਾਰਾ। ਫਿਰ ਤੇ ਸ਼ੋਰ ਦੇ ਵਿੱਚੋਂ ਚੰਗੀ ਚੀਜ਼ ਸੁਣ ਲੈਣੀ ਬੜਾ ਔਖਾ ਜਿਹਾ ਕੰਮ ਹੋ ਜਾਂਦਾ ਹੈ। ਹੁਣ ਮਰਦ ਕਹਿੰਦੇ ਵੀ ਇੱਦਾਂ ਦਾ ਵਾਜਾ ਨਾ ਸਾਡੇ ਅੰਦਰ ਲਗਾਤਾਰ ਵੱਜਦਾ ਪਿਆ ਹੈ ਤੇ ਇਹ ਇੰਨਾ ਬੇਸੁਰਾ ਹੈ। ਅਸੀਂ ਚਲੋ ਪਤਾ ਨਹੀਂ ਇਹਨੂੰ ਕਦੀ ਨੋਟਿਸ ਕੀਤਾ ਕਿ ਨਹੀਂ, ਸ਼ਾਇਦ ਅੱਜ ਕਰ ਸਕੀਏ। ਇੰਨਾ ਬੇਸੁਰਾ ਹੈ ਵੀ ਸਾਨੂੰ ਇਹਦੇ ਸੁਣਨ ਦਾ ਕੋਈ ਸਕੂਨ ਨਹੀਂ ਆਉਂਦਾ ਜੋ ਸਾਡੇ ਅੰਦਰ ਲਗਾਤਾਰ ਵੱਜਦਾ ਪਿਆ ਹੈ। ਇਹਦਾ ਕੋਈ ਆਨੰਦ ਨਹੀਂ ਆਉਂਦਾ, ਪਰ ਫਿਰ ਵੀ ਅਸੀਂ ਸੁਣਨ ਦੇ ਲਈ ਮਜਬੂਰ ਹਾਂ ਵੀ ਇਹਨੂੰ ਸੁਣਨਾ ਹੈ। ਜਿੱਦਾਂ ਮੈਂ ਕਹਿ ਦੇਵਾਂ ਵੀ ਇੱਕ ਪੰਜਾਬੀ ਦੇ ਵਿੱਚ ਗੱਲ ਕਹੀ ਜਾਂਦੀ ਹੁੰਦੀ, ਬੰਨ੍ਹ ਕੇ ਖੀਰ ਖਵਾਉਣ ਵਾਲੀ ਗੱਲ, ਵੀ ਸੁਣਨਾ ਤਾਂ ਨਹੀਂ ਚਾਹੁੰਦੇ, ਖਾਣਾ ਤਾਂ ਨਹੀਂ ਚਾਹੁੰਦੇ, ਪਰ ਤੁਹਾਨੂੰ ਖਵਾ ਕੇ ਭੇਜਾਂਗੇ ਮਜਬੂਰੀ ਦੇ ਨਾਲ। ਦਿਲ ਨਹੀਂ ਕਰਦਾ ਪਿਆ ਪਰ ਧੱਕੇ ਦੇ ਨਾਲ ਸਾਨੂੰ ਸੁਣਨਾ ਪੈ ਰਿਹਾ ਹੈ। ਇੱਦਾਂ ਅੰਦਰ ਸਾਡੇ ਇਹ ਚੀਜ਼ ਲਗਾਤਾਰ ਚੱਲਦੀ ਪਈ ਹੈ। ਹੁਣ ਥੋੜ੍ਹਾ ਜਿਹਾ ਬਾਹਰ ਨੂੰ ਆਪਣੇ ਮਾਈਂਡ ਦੇ ਵਿੱਚੋਂ ਪਰੇ ਰੱਖ ਕੇ ਸਿਰਫ ਆਪਣੇ ਆਪ ਦੇ ਅੰਦਰ ਦੇ ਬਾਰੇ। ਬਾਬਾ ਕਬੀਰ ਕਹਿੰਦੇ ਨੇ, ਕਬੀਰ ਜੋ ਹਮ ਜੰਤ ਬਜਾਵਤੇ। ਇਹ ਜਿਹੜਾ ਬੇਸੁਰਾ ਵਾਜਾ ਸਾਡੇ ਅੰਦਰ ਵੱਜਦਾ ਪਿਆ ਸੀ ਨਾ, ਕੀ ਹੋ ਗਿਆ ਹੈ? ਟੂਟ ਗਈ ਸਭ ਤਾਰ। ਕਹਿੰਦੇ ਮੇਰੇ ਅੰਦਰ ਨਹੀਂ ਜੇ ਵੱਜਦਾ ਇਹ, ਹੁਣ ਮੇਰੇ ਅੰਦਰੋਂ ਬੇਸੁਰਾਪਨ ਖਤਮ ਹੋ ਗਿਆ ਹੈ। ਸਾਡੇ ਅੰਦਰ ਬੇਸੁਰਾਪਨ ਕੀ ਹੈ, ਮੈਂ ਉਹ ਵੀ ਆਪ ਜੀ ਦੇ ਅੱਗੇ ਰੱਖ ਦੇਵਾਂਗਾ, ਉਹ ਵੀ ਗੁਰਬਾਣੀ ਦਾ ਹੀ ਹਵਾਲਾ ਹੈ। ਬਾਬਾ ਕਬੀਰ ਕਹਿੰਦੇ ਮੇਰੇ ਅੰਦਰੋਂ ਬੇਸੁਰਾਪਨ ਨਹੀਂ ਨਿਕਲਦਾ ਪਿਆ। ਮਤਲਬ ਇਹ ਨਹੀਂ ਵੀ ਹੁਣ ਮੈਨੂੰ ਆਪਣੇ ਅੰਦਰ ਤੰਗੀ ਹੋ ਰਹੀ ਹੈ ਕੋਈ, ਵੀ ਮੈਂ ਕੀ ਹਾਂ, ਫਰਸਟ੍ਰੇਸ਼ਨ ਆ ਰਹੀ ਹੈ ਜਾਂ ਚਿੰਤਾ ਹੈ ਕੋਈ, ਜਾਂ ਕੋਈ ਦੁੱਖ ਹੈ, ਇੱਦਾਂ ਦਾ ਕੁਝ ਨਹੀਂ ਹੋ ਗਿਆ। ਸਮਝ ਲਓ ਟੂਟ ਗਈ ਸਭ ਤਾਰ। ਉਹ ਜੰਤਰ ਦੀਆਂ, ਉਹ ਵਾਜੇ ਦੀਆਂ ਤਾਰਾਂ ਹੀ ਟੁੱਟ ਗਈਆਂ। ਹੁਣ ਇਹ ਵੀ ਇੱਕ ਚੀਜ਼ ਆਪ ਜੀ ਦੇ ਅੱਗੇ ਰੱਖ ਦੇਵਾਂ, ਗੁਰੂ ਸਾਹਿਬਾਨ ਦੇ ਵੇਲੇ ਹਾਰਮੋਨੀਅਮ ਹੈ ਹੀ ਨਹੀਂ ਸੀ। ਹਾਰਮੋਨੀਅਮ ਇੰਡੀਅਨ ਇੰਸਟਰੂਮੈਂਟ ਹੈ ਹੀ ਨਹੀਂ ਹੈ। ਇੰਡੀਅਨ ਇੰਸਟਰੂਮੈਂਟ ਜਿਹੜੇ ਨੇ ਉਹ ਲਗਭਗ ਸਟ੍ਰਿੰਗ ਵਾਲੇ ਹੁੰਦੇ ਨੇ, ਤਾਰ ਵਾਲੇ ਹੁੰਦੇ ਨੇ। ਤੁਸੀਂ ਸਿਤਾਰ ਵੇਖੋਗੇ, ਗੁਰਮਤਿ ਸੰਗੀਤ ਦੇ ਵਿੱਚ ਦਿਲਰੁਬਾ ਵੱਜਦਾ ਹੈ, ਸਾਰੰਗੀ ਵੱਜਦੀ ਹੈ, ਇਹ ਸਾਰੇ ਤਾਰਾਂ ਵਾਲੇ ਸਾਜ਼ ਨੇ। ਤੰਤੀ ਸਾਜ਼ ਜਿਨ੍ਹਾਂ ਨੂੰ ਕਿਹਾ ਜਾਂਦਾ, ਤੰਦ ਦੇ ਨਾਲ ਵੱਜਣ ਵਾਲੇ ਸਾਜ਼। ਹੁਣ ਉਹਨਾਂ ਦੇ ਵਿੱਚ ਇੱਕ ਚੀਜ਼ ਹੈ ਵੀ ਜਦੋਂ ਉਹ ਤਾਰ ਟੁੱਟ ਜਾਂਦੀ ਹੈ, ਫਿਰ ਭਾਵੇਂ ਜਿੰਨਾ ਮਰਜ਼ੀ ਮਹਿੰਗਾ ਹੋਵੇ ਸਾਊਂਡ, ਉਹ ਆਵਾਜ਼ ਨਹੀਂ ਕਰਦਾ, ਫਿਰ ਉਹ ਸਾਰਾ ਕੰਮ ਖਤਮ ਹੋ ਜਾਂਦਾ ਹੈ। ਸਤਿਗੁਰੂ ਨੇ ਉਹ ਉਦਾਹਰਣ ਲਈ ਹੈ ਵੀ ਜਿਹੜਾ ਸਾਡੇ ਅੰਦਰ ਵਾਜਾ ਸੀ ਨਾ, ਸਮਝ ਲਓ ਵੀ ਉਹਦੀਆਂ ਤਾਰਾਂ ਹੀ ਟੁੱਟ ਗਈਆਂ। ਟੂਟ ਗਈ ਸਭ ਤਾਰ,
ਤੇ ਕਹਿੰਦੇ ਚਲੋ ਸਿਰਫ ਵਾਜੇ ਦੀ ਹੀ ਗੱਲ ਨਹੀਂ, ਜਿਹੜਾ ਇਹਨੂੰ ਵਜਾਉਣ ਵਾਲਾ ਸੀ ਨਾ ਸਾਡਾ ਮਨ, ਜੰਤ ਵਿਚਾਰਾ ਕਿਆ ਕਰੇ। ਕੋਈ ਸਾਜ਼ ਹੋਵੇ ਭਾਵੇਂ ਕਿੰਨਾ ਵੀ ਮਹਿੰਗਾ ਹੋਵੇ, ਉਹਨੂੰ ਕੋਈ ਵਜਾਉਣ ਵਾਲਾ ਨਾ ਹੋਵੇ, ਇਕੱਲਾ ਥੋੜ੍ਹਾ ਆਵਾਜ਼ ਕਰਨ ਲੱਗ ਪੈਂਦਾ। ਹਾਰਮੋਨੀਅਮ ਹੁਣ ਪਏ ਰਹਿਣੇ ਨੇ ਨਾ ਸਵੇਰ ਤੱਕ, ਇਹ ਥੋੜ੍ਹਾ ਵੀ ਆਪੇ ਵੱਜਣ ਲੱਗ ਪੈਣਗੇ ਵੀ ਮੈਂ ਬੜਾ ਮਹਿੰਗਾ ਤੇ ਆਪਣੇ ਆਪ ਹੀ ਆਵਾਜ਼ ਕਰ ਦੇਵਾਂਗਾ। ਕੋਈ ਵਜਾਉਣ ਵਾਲਾ ਵੀ ਤੇ ਉਹਨੂੰ ਚਾਹੀਦਾ ਹੈ ਨਾ। ਹੁਣ ਸਾਡੇ ਅੰਦਰ ਜਿਹੜਾ ਸਾਊਂਡ ਪੈਦਾ ਹੁੰਦਾ ਹੈ, ਮਿਊਜ਼ਿਕ ਪੈਦਾ ਹੋ ਰਿਹਾ ਹੈ, ਚੰਗਾ ਹੈ ਮਾੜਾ ਹੈ, ਉਹ ਕੌਣ ਪੈਦਾ ਕਰਦਾ ਪਿਆ ਹੈ? ਉਹ ਪੈਦਾ ਕਰਦਾ ਪਿਆ ਹੈ ਸਾਡਾ ਮਨ। ਤੇ ਬਾਬਾ ਕਬੀਰ ਕਹਿੰਦੇ ਜਿਹੜਾ ਮਨ ਮੇਰੇ ਅੰਦਰ ਬੇਸੁਰਾਪਨ ਪੈਦਾ ਕਰਦਾ ਸੀ ਨਾ, ਉਹ ਮਨ ਹੀ ਨਹੀਂ ਰਿਹਾ। ਹੁਣ ਮਨ ਟਿਊਨ ਪੈਦਾ ਕਰਦਾ ਪਿਆ ਹੈ, ਮਨ ਬੇਸੁਰਾ ਨਹੀਂ ਰਿਹਾ, ਮਨ ਸਕੂਨ ਦੇ ਰਿਹਾ ਹੈ। ਜੰਤ ਵਿਚਾਰਾ ਕਿਆ ਕਰੇ, ਕਹਿੰਦੇ ਇਹਦੇ ਹੱਥ ਦੇ ਵਿੱਚ ਕੀ ਆ? ਤੁਸੀਂ ਚਾਹੋ ਤੇ ਉਹਨੂੰ ਸੁਰ 'ਚ ਵਜਾ ਲਓ, ਤੁਸੀਂ ਚਾਹੋ ਤੇ ਬੇਸੁਰਾ ਕਰਕੇ ਵਜਾਈਦਾ। ਚੱਲੇ ਵਜਾਵਨ ਹਾਰ, ਜਿਹੜਾ ਵਜਾਉਣ ਵਾਲਾ ਮਨ ਸੀ ਨਾ ਉਹੀ ਖਤਮ ਹੋ ਗਿਆ। ਹੁਣ ਦੋ ਗੱਲਾਂ ਇਸ ਸ਼ਲੋਕ ਦੇ ਵਿੱਚ, ਇੱਕ ਤੇ ਇਹ ਆਈਆਂ ਵੀ ਭਾਈ ਅੰਦਰੋਂ ਬੇਸੁਰਾਪਨ ਖਤਮ ਹੋ ਗਿਆ। ਹੁਣ ਇਹ ਉੱਦਾਂ ਦੀਆਂ ਗੱਲਾਂ ਨਹੀਂ ਰਹਿ ਗਈਆਂ ਜਿੱਦਾਂ ਦੀਆਂ ਆਮ ਗੱਲਾਂ ਮੈਂ ਸੋਚਦਾ ਸੀ। ਤੇ ਦੂਸਰੀ ਗੱਲ, ਮਨ ਬਦਲ ਗਿਆ। ਇਹਨੂੰ ਅਸੀਂ ਇੱਥੋਂ ਸ਼ੁਰੂ ਕਰਾਂਗੇ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਹੋਰ ਸ਼ਬਦ ਹੈ। ਵੈਸੇ ਇਹ ਜਿਹੜੇ ਸ਼ਬਦ ਨੇ ਜ਼ਿੰਦਗੀ ਦੀ ਤਬਦੀਲੀ ਦੇ ਨਾਲ ਸੰਬੰਧਿਤ ਸ਼ਬਦ ਨੇ। ਸਾਡਾ ਚੇਂਜ ਜਦੋਂ ਹੁੰਦਾ ਹੈ ਜ਼ਿੰਦਗੀ ਦੇ ਵਿੱਚ, ਤੇ ਕਿੱਦਾਂ ਚੇਂਜ ਹੁੰਦਾ ਹੈ। ਬਾਬਾ ਕਬੀਰ ਸਾਹਿਬ ਦੇ ਵੀ ਹੋਰ ਸ਼ਬਦ ਗੁਰਬਾਣੀ ਦੇ ਵਿੱਚ ਆਉਂਦੇ ਨੇ। ਗੱਲ ਸਿਰਫ ਸਾਡੀ ਮਨ ਦੀ ਖੇਡ ਦੇ ਉੱਤੇ ਹੈ। ਜਿਹੜੀ ਚੀਜ਼ ਨੂੰ ਮਨ ਕਰਦਾ ਹੈ, ਮਨ ਕਰਦਾ ਹੈ, ਫਿਰ ਉਹਨੂੰ ਗਲਤ ਹੋਵੇ ਸਹੀ ਹੋਵੇ, ਮਨ ਨਹੀਂ ਇਸ ਗੱਲ ਦੀ ਪਰਵਾਹ ਕਰਦਾ। ਜਿਹੜੀ ਚੀਜ਼ ਨੂੰ ਮਨ ਨਹੀਂ ਮੰਨਦਾ, ਕਿੰਨੀ ਵੀ ਚੰਗੀ ਹੋਵੇ, ਕਿੰਨੀ ਵੀ ਵਧੀਆ ਹੋਵੇ, ਮਨ ਕਹਿੰਦਾ ਵੀ ਨਹੀਂ, ਇੱਕ ਵਾਰ ਤੇ ਕਰਕੇ ਵੇਖਣੀ ਹੀ ਵੇਖਣੀ ਹੈ। ਇਹ ਸਾਡੇ ਸਾਰਿਆਂ ਦੇ ਨਾਲ ਹੁੰਦਾ। ਤੇ ਮਹਾਰਾਜ ਇਹ ਨਹੀਂ ਕਹਿੰਦੇ ਵੀ ਮੈਂ ਧੱਕੇ ਨਾਲ ਤੁਹਾਡਾ ਮਨ ਬਦਲਾਂਗਾ। ਧੱਕੇ ਨਾਲ ਬਦਲਾਵਾਂਗੇ ਨਾ ਤੇ 2-4 ਦਿਨ ਤੇ ਬਦਲਿਆ ਰਹੇਗਾ, ਫਿਰ ਉੱਥੇ ਡਿੱਗੇਗਾ ਜਾ ਕੇ। ਧੱਕਾ ਕਾਨੂੰਨ ਕਰ ਸਕਦਾ ਹੈ, ਮਨ ਅਸੀਂ ਆਪਣੇ ਮਨ ਨਾਲ ਕੀ ਧੱਕਾ ਕਰ ਲਵਾਂਗੇ? ਬਾਹਰੋਂ ਬੰਦਿਆਂ ਦੇ ਡਰ ਦੇ ਨਾਲ ਮੈਂ ਸੋਚ ਲਿਆ ਵੀ ਨਹੀਂ, ਮੈਂ ਆਹ ਕੰਮ ਨਹੀਂ ਕਰਨਾ, ਪਰ ਅੰਦਰੋਂ ਤੇ ਮਨ ਕਿੰਨਾ ਪੁਸ਼ ਕਰਦਾ ਵੀ ਨਹੀਂ ਤੂੰ ਕਰਕੇ ਤੇ ਵੇਖ। ਉਹਨੂੰ ਸਗੋਂ ਜਿੰਨਾ ਦਬਾਈਦਾ ਹੈ ਉਹ ਓਨਾ ਹੀ ਬਾਉਂਸ ਬੈਕ ਕਰਦਾ ਹੈ। ਸਾਡੇ ਸਾਰਿਆਂ ਦੇ ਨਾਲ ਜੇ ਕਿਤੇ ਜ਼ਿੰਦਗੀ 'ਚ ਇੱਦਾਂ ਹੁੰਦਾ ਹੋਵੇਗਾ, ਕਿੰਨਾ ਬਾਉਂਸ ਬੈਕ ਕਰਦਾ। ਕਿਉਂਕਿ ਮਨ ਦਬਾਉਣ ਦੇ ਨਾਲ ਤੇ ਬਹੁਤੀ ਗੱਲ ਇਹ ਹੈ ਵੀ ਬਹੁਤੀ ਵਾਰ ਵੱਸ ਦੇ ਵਿੱਚ ਵੀ ਨਹੀਂ ਆਉਂਦਾ। ਇਹ ਵੀ ਇੱਕ ਪਾਸਾ ਹੈ। ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਢਿੱਲਾ ਛੱਡ ਦਈਏ, ਪਰ ਇਹਦਾ ਮਤਲਬ ਇਹ ਵੀ ਆ ਵੀ ਜਿੰਨਾ ਇਹਨੂੰ ਜ਼ਿਆਦਾ ਦਬਾਵਾਂਗੇ, ਇਹ ਓਨਾ ਜ਼ਿਆਦਾ ਖਤਰਨਾਕ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਉਹ ਬਹੁਤ ਕਿਸੇ ਵੇਲੇ ਜ਼ਿਆਦਾ ਔਖੇ ਕੰਮ ਕਰ ਦਿੰਦਾ। ਹੁਣ ਗੁਰਬਾਣੀ ਦੇ ਕੁਝ ਸ਼ਬਦ ਨੇ। ਤੁਹਾਡਾ ਇਹ ਮਨ ਹੈ ਜਿਹੜਾ ਤੁਹਾਨੂੰ ਗੁਰਦੁਆਰੇ ਲੈ ਕੇ ਆ ਗਿਆ ਹੈ। ਇਹ ਸਿਰਫ ਤੁਹਾਡੇ ਮਨ ਦੀ ਖੇਡ ਹੈ। ਮਹਾਰਾਜ ਬਖਸ਼ ਲਵੇ। ਇਸੇ ਟਾਈਮ ਦੇ ਉੱਤੇ ਮੈਂ ਕਈ ਵਾਰ ਇਸ ਗੱਲ ਨੂੰ ਬੋਲਦਾ ਹੁੰਦਾ। ਹੋਰ ਵੀ ਤਾਂ ਹੈ ਨੇ ਜਿਹੜੇ ਕਿੱਧਰ ਨੂੰ ਜਾਣ ਦੀਆਂ ਤਿਆਰੀਆਂ ਕਰਦੇ ਪਏ ਨੇ। ਤੁਹਾਨੂੰ ਵੀ ਤਾਂ ਪਤਾ ਹੀ ਹੈ, ਤੁਹਾਡਾ ਤਾਂ ਸ਼ਹਿਰ ਹੈ, ਕਿੱਧਰ ਨੂੰ ਜਾਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਫਿਰ ਰਾਤ ਹੋ ਗਈ ਹੈ ਤਾਂ ਨਿਕਲਣਾ ਹੈ ਕਿਸੇ ਪਾਸੇ ਨੂੰ। ਲੈ ਫਾਹੇ ਰਾਤੀ ਤੁਰੈਂ ਪ੍ਰਭ ਜਾਣੇ ਪ੍ਰਾਣੀ। ਮਹਾਰਾਜ ਜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਿੱਧਰ ਨੂੰ ਤੁਰਨਗੇ ਰਾਤ ਨੂੰ? ਇੱਕ ਜਾਣਾ ਸੋਚਦਾ ਪਿਆ ਹੈ ਵੀ ਇਹ ਕਿੱਧਰ ਨੂੰ ਜਾ ਰਹੇ ਨੇ, ਬੜਾ ਨਿਕੰਮਾ ਕੰਮ ਹੈ ਜਿੱਧਰ ਨੂੰ ਜਾਂਦੇ ਨੇ। ਉਹਨਾਂ ਦਾ ਮਨ ਵੀ ਨਹੀਂ ਕਰਦਾ ਉਸ ਪਾਸੇ ਦੇ ਬਾਰੇ ਸੋਚਣ ਨੂੰ, ਵੀ ਮਨ ਨਹੀਂ ਕਰਦਾ ਵੀ ਬੜੇ ਗਲਤ ਪਾਸੇ ਤੁਰ ਪਏ ਨੇ। ਤਾਂ ਦੂਜਾ ਵੇਖੋ ਆਰਾਮ ਦੇ ਨਾਲ ਜਾ ਰਿਹਾ। ਕਿਹੜੀ ਚੀਜ਼ ਹੈ ਜਿਹੜੀ ਇੱਕ ਜਾਣੇ ਨੂੰ ਲੈ ਕੇ ਜਾ ਰਹੀ ਹੈ ਤੇ ਇੱਕ ਜਾਣੇ ਨੂੰ ਕਹਿੰਦੀ ਹੈ ਵੀ ਉੱਧਰ ਜਾਣਾ ਹੀ ਨਹੀਂ? ਉਹ ਹੈ ਮਨ। ਤੇ ਹੁਣ ਗੁਰਬਾਣੀ ਦਾ ਇੱਕ ਸ਼ਬਦ ਹੈ ਬਾਬਾ ਕਬੀਰ ਸਾਹਿਬ ਜੀ ਦਾ। ਵੈਸੇ ਉਹਨੂੰ ਬੜਿਆਂ ਨੇ ਮ੍ਰਿਤਕ ਸੰਸਕਾਰ ਦੇ ਉੱਤੇ ਪੜ੍ਹਨਾ ਸ਼ੁਰੂ ਕਰ ਦਿੱਤਾ। ਉਹ ਅਸਲ ਦੇ ਵਿੱਚ ਮ੍ਰਿਤਕ ਸੰਸਕਾਰ ਦਾ ਸ਼ਬਦ ਹੈ ਹੀ ਨਹੀਂ ਸੀ। ਉਹ ਅਸੀਂ ਬਸ ਇੱਕ ਦੀ ਪੰਕਤੀ ਵੇਖ ਲੈਂਦੇ ਹਾਂ ਤੇ ਸਾਨੂੰ ਲੱਗਦਾ ਵੀ ਇਹ ਸ਼ਾਇਦ ਇੱਦਾਂ ਹੀ ਹੈ ਜਿੱਦਾਂ ਬਹੁਤਿਆਂ ਨੂੰ ਲੱਗਦਾ ਵੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਨਾ ਪੜ੍ਹੋ ਤੇ ਸਾਡੇ ਵਿਆਹ ਵਾਲਾ ਤੇ ਜਨਮ ਦਿਨ ਵਾਲਾ ਕਾਰਜ ਹੀ ਪੂਰਾ ਨਹੀਂ ਹੁੰਦਾ। ਵੀ ਉਹ ਰਾਗੀ ਕਾਹਦਾ ਹੋਇਆ ਜਿਹਨੂੰ ਇਹ ਸ਼ਬਦ ਨਹੀਂ ਪੜ੍ਹਨਾ ਆਉਂਦਾ? ਮੈਂ ਨਹੀਂ ਕਹਿੰਦਾ ਪੜ੍ਹਨਾ ਨਹੀਂ ਚਾਹੀਦਾ, ਪਰ ਉਹਦਾ ਮੀਨਿੰਗ ਵੀ ਤਾਂ ਪਤਾ ਹੋਵੇ ਨਾ ਵੀ ਗੱਲ ਕਿਹਦੀ ਕੀਤੀ ਜਾ ਰਹੀ ਹੈ। ਇੱਦਾਂ ਮ੍ਰਿਤਕ ਸੰਸਕਾਰ ਦੇ ਉੱਤੇ ਸ਼ਬਦ ਹੈ ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਹੁਣ ਉਹ ਸ਼ਬਦ ਵੇਖੋ, ਤੁਸੀਂ ਬੜੀ ਵਾਰ ਸੁਣਿਆ ਵੀ ਹੋਵੇਗਾ, ਬੜੀ ਵਾਰ ਪੜ੍ਹਿਆ ਵੀ ਜਾਂਦਾ ਹੈ। ਜੇ ਕਿਤੇ ਮੌਕਾ ਲੱਗੇ ਤਾਂ ਤੁਸੀਂ ਉਹਨੂੰ ਖੁਦ ਵੀ ਪੜ੍ਹ ਲੈਣਾ। ਸ਼ਬਦ ਸ਼ੁਰੂ ਹੁੰਦਾ ਹੈ ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ। ਚੇਂਜ ਕੀ ਹੈ? ਜਿੱਦਾਂ ਆਲੇ ਦੁਆਲੇ ਬੱਦਲ ਹੋਣ ਨਾ ਤੇ ਉਹਨਾਂ ਦੇ ਵਿੱਚੋਂ ਕਦੀ ਕਦੀ ਬੂੰਦ ਡਿੱਗਦੀ ਰਵੇ ਬਾਰਿਸ਼ ਦੀ, ਤੇ ਜਿਹੜਾ ਬੰਦੇ ਨੇ ਕਿਤੇ ਕੰਮ ਦੇ ਉੱਤੇ ਨਿਕਲਣਾ ਹੁੰਦਾ ਹੈ ਉਹ ਸੋਚਦਾ ਵੀ ਬਾਰਿਸ਼ ਰੁਕੇਗੀ ਤੇ ਫਿਰ ਮੈਂ ਤੁਰਾਂਗਾ। ਬੜੀ ਵਾਰ ਇੱਦਾਂ ਹੋ ਜਾਂਦਾ।
ਹੁਣ ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ ਵੀ ਮੇਰੇ ਮਨ ਦੇ ਵਿੱਚ ਨਾ ਪਹਿਲਾਂ ਇੱਕ ਧਮੱਚੜ ਪਿਆ ਹੋਇਆ ਸੀ, ਮਤਲਬ ਦੌੜ ਭੱਜ ਲੱਗੀ ਪਈ ਸੀ ਵੀ ਇੱਕ ਖਿਆਲ ਪੈਦਾ ਹੁੰਦਾ ਹੈ, ਮਗਰੇ ਦੂਜਾ, ਤੇ ਤੀਜਾ ਉਹਦੇ ਤੋਂ ਬਿਲਕੁਲ ਉਲਟ ਪੈਦਾ ਹੋ ਜਾਂਦਾ, ਚੌਥੇ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਕੀ ਬਣਾ ਕੇ ਰੱਖ ਦਿੰਦਾ। ਵੇਖਿਓ ਸਾਡੇ ਮਨ ਦੇ ਵਿੱਚ ਕੀ ਚੱਲਦਾ ਹੈ। ਇਸੇ ਇੱਕ ਪੰਕਤੀ ਦਾ ਜਿਹੜਾ ਖਿਆਲ ਹੈ ਨਾ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਵੀ ਹੁਣ ਉਹ ਬਾਰਿਸ਼ ਜਿੱਦਾਂ ਬੱਦਲ ਹਟ ਜਾਂਦੇ ਨੇ ਨਾ ਤੇ ਬੂੰਦ ਪੈਣੋਂ ਹਟ ਜਾਂਦੀ ਹੈ ਨਾ, ਇੱਦਾਂ ਜਿਹੜਾ ਹੈ ਨਾ ਮਨ ਦੇ ਵਿੱਚੋਂ ਮਾੜੇ ਖਿਆਲ ਉੱਡ ਗਏ, ਮਾੜੇ ਖਿਆਲ ਨਹੀਂ ਪੈਦਾ ਹੁੰਦੇ। ਇਸੇ ਚੀਜ਼ ਨੂੰ ਸਿਰਫ ਇੰਨੀ ਕੁ ਪੰਕਤੀ ਨੂੰ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰਾ ਕਲੀਅਰ ਕਰਕੇ ਬੋਲਿਆ ਹੈ। ਆਸਾ ਰਾਗ ਦਾ ਸਤਿਗੁਰੂ ਜੀ ਦਾ ਸ਼ਬਦ ਹੈ, ਹਜ਼ੂਰ ਕਹਿੰਦੇ ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ, ਨਾਰਦ ਨਾਚੈ ਕਲ ਕਾ ਭਾਉ, ਜਤੀ ਸਤੀ ਕਹਾਂ ਰਾਖੈ ਪਾਉ। ਬੜਾ ਸਤਿਗੁਰੂ ਕਹਿੰਦੇ ਨੇ ਵੀ ਵੇਖੋ, ਤਾਲ ਮਦੀਰੇ, ਤਾਲ ਦਾ ਮਤਲਬ ਹੁੰਦਾ ਹੈ ਅੱਜ ਜਿੱਦਾਂ ਰਿਦਮ ਹੁੰਦੀ ਹੈ ਜਿਹਨੂੰ ਕਿਹਾ ਜਾਂਦਾ ਹੈ, ਮਦੀਰੇ ਹੁੰਦੇ ਨੇ ਘੁੰਗਰੂ ਛੋਟੇ ਛੋਟੇ, ਜਿਹੜਾ ਤੁਸੀਂ ਵੇਖੋਗੇ ਇਹ ਸਾਊਂਡ ਦੇ ਲਈ, ਇੱਕ ਰਿਦਮ ਪੈਦਾ ਕਰਨ ਦੇ ਲਈ ਇਹਨਾਂ ਚੀਜ਼ਾਂ ਨੂੰ ਵਰਤਿਆ ਜਾਂਦਾ ਹੈ। ਘਟ ਕੇ ਘਾਟ, ਘਾਟ ਦਾ ਮਤਲਬ ਹੁੰਦਾ ਹੈ ਰਸਤਾ, ਘਾਟ ਦਾ ਮਤਲਬ ਹੋ ਗਿਆ ਸਾਡਾ ਦਿਲ। ਸਾਡੇ ਜਿਹੜੇ ਘਟ ਕੇ ਘਾਟ ਨੇ, ਮਤਲਬ ਸਾਡੇ ਦਿਲ ਦੇ ਜਿਹੜੇ ਰਸਤੇ ਨੇ, ਦਿਲ ਦੇ ਵਿੱਚੋਂ ਕਿੱਦਾਂ ਦੇ ਖਿਆਲ ਪੈਦਾ ਹੋ ਰਹੇ ਨੇ। ਕਹਿੰਦੇ ਇੱਦਾਂ ਖਿਆਲ ਪੈਦਾ ਹੁੰਦੇ ਨੇ, ਸਮਝ ਲਓ ਜਿੱਦਾਂ ਘੁੰਗਰੂ ਵੱਜਦੇ ਪਏ ਨੇ। ਮੈਂ ਪਹਿਲਾਂ ਬੇਨਤੀ ਕੀਤੀ ਸੀ ਵੀ ਇੱਕ ਸਾਜ਼ ਕੁਝ ਵੱਜੇ, ਦੂਜਾ ਸਾਜ਼ ਕੁਝ ਵੱਜੇ, ਤੀਜਾ ਸਾਜ਼ ਕੁਝ ਵੱਜੇ ਨਾ, ਤੇ ਜਿਹੜਾ ਬੰਦਾ ਸੁਣਨ ਆਇਆ ਹੁੰਦਾ ਹੈ ਉਹਦਾ ਸਾਰਾ ਹੀ ਮਨ ਖਰਾਬ ਹੋ ਜਾਂਦਾ ਵੀ ਮੈਂ ਕੀ ਸੁਣਦਾ ਪਿਆ ਸੀ। ਆਪ ਜੀ ਮਹਾਰਾਜ ਗੁਰਬਾਣੀ ਕੀਰਤਨ ਦੀ ਦਾਤ ਸਾਨੂੰ ਦੇਵੇ ਤੇ ਆਪ ਜੀ ਇਸ ਗੱਲ ਨੂੰ ਮਹਿਸੂਸ ਕਰੋਗੇ, ਮੈਂ ਸ਼ਾਇਦ ਪਹਿਲਾਂ ਵੀ ਸਾਂਝੀ ਕੀਤੀ ਹੋਵੇ। ਮਿਊਜ਼ਿਕ ਵਾਲੀ ਦੁਕਾਨ ਦੇ ਉੱਤੇ ਜਾਂ ਜਿੱਥੇ ਸੰਗੀਤ ਸਿੱਖਿਆ ਜਾਂਦਾ ਹੈ, ਉੱਥੇ ਜਿੰਨੇ ਸਾਜ਼ ਪਏ ਹੁੰਦੇ ਨੇ, ਕੋਈ ਵੀ ਸਾਜ਼ ਹੋਵੇ, ਤਬਲਾ ਪਿਆ ਹੋਵੇ, ਤੰਤੀ ਸਾਜ਼ ਪਏ ਹੋਣ, ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਦੇ ਉੱਤੇ ਟਿਊਨ ਕਰਕੇ ਰੱਖ ਦਿੱਤਾ ਜਾਵੇ। ਉਹਨਾਂ ਦੀ ਇੱਕ ਮੈਥਡ ਹੁੰਦਾ ਹੈ, ਤੁਸੀਂ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਵੇਖੋਗੇ ਵੀ ਤਬਲੇ ਵਾਲਾ ਹਥੌੜੀ ਮਾਰ ਕੇ ਵਾਰ-ਵਾਰ ਉਹਨੂੰ ਸੁਰ ਕਰਦਾ ਹੈ। ਉਹਨੂੰ ਬਰਾਬਰ ਕਰਨਾ ਹੁੰਦਾ ਵੀ ਜਿੱਥੇ ਹਾਰਮੋਨੀਅਮ ਚੱਲਦਾ ਪਿਆ ਹੈ ਉੱਥੇ ਤਬਲਾ ਵੀ ਚੱਲੇ, ਉਹ ਹੁੰਦਾ ਬਰਾਬਰ ਕਰਨਾ। ਹੁਣ ਦੁਕਾਨ ਦੇ ਉੱਤੇ ਜਿੰਨੇ ਮਰਜ਼ੀ ਇੰਸਟਰੂਮੈਂਟ ਪਏ ਨੇ ਨਾ, ਜੇ ਸਾਰੇ ਸੁਰ ਕਰਕੇ ਰੱਖੇ ਹੋਏ ਨੇ, ਇੱਕ ਵੱਜੇਗਾ ਬਸ, ਬੰਦਾ ਇੱਕ ਨੂੰ ਹੀ ਵਜਾਏਗਾ, ਬਾਕੀ ਆਪਣੇ ਆਪ ਹੀ ਆਵਾਜ਼ ਕਰਨ ਲੱਗ ਪੈਂਦੇ। ਇਹ ਮਿਊਜ਼ਿਕ ਦੀ ਦਾਤ ਹੈ, ਇਹ ਮਿਊਜ਼ਿਕ ਦੀ ਦੁਨੀਆ ਹੈ। ਲਾਗੇ ਪਿਆ ਹੈ ਤਬਲਾ, ਹੱਥ ਲਾਉਣ ਦੀ ਲੋੜ ਨਹੀਂ ਹੈਗੀ। ਜਿੱਦਣ ਉਹਦਾ ਸੁਰ ਪੂਰਾ ਹੋ ਗਿਆ, ਉਹਨੇ ਆਪਣੇ ਆਪ ਹੀ ਕੰਬਣਾ ਸ਼ੁਰੂ ਕਰ ਦੇਣਾ, ਉਹਦੇ ਆਪਣੇ ਆਪ ਹੀ ਵਾਈਬ੍ਰੇਸ਼ਨਸ ਆ ਜਾਂਦੀਆਂ ਨੇ। ਇਹਨੂੰ ਕਦੀ ਮਹਿਸੂਸ ਕਰਕੇ ਵੇਖਿਓ, ਇਹ ਮਿਊਜ਼ਿਕ ਵਾਲਿਆਂ ਨੂੰ ਇਸ ਗੱਲ ਦਾ ਜ਼ਿਆਦਾ ਪਤਾ ਹੈ। ਸਤਿਗੁਰੂ ਕਹਿੰਦੇ ਜਿੱਦਾਂ ਸਾਡੇ ਅੰਦਰੋਂ ਸੰਕਲਪ ਤੇ ਵਿਕਲਪ ਨਿਕਲਦੇ ਨਾ, ਸਮਝ ਲਓ ਵੀ ਘੁੰਗਰੂ ਵੱਜਦੇ ਪਏ ਨੇ। ਇੱਕ ਗੱਲ ਨਿਕਲ ਗਈ, ਮਗਰੇ ਦੂਜੀ ਨਿਕਲ ਗਈ, ਤੀਜੀ ਨਿਕਲ ਗਈ, ਚੌਥੀ ਨਿਕਲ ਗਈ, ਚੰਗੀ ਨਿਕਲਦੀ ਆ, ਬੁਰੀ ਨਿਕਲਦੀ ਆ, ਇਹ ਸੈਕੰਡਰੀ ਗੱਲਾਂ ਨੇ। ਕਿੱਦਾਂ ਖਿਆਲ ਆਉਂਦੇ ਨੇ ਨਾ ਮਨ ਦੇ ਵਿੱਚ, ਵੇਖੋ ਕਿੱਦਾਂ ਮਨ ਖਿਆਲ ਪ੍ਰੋਡਿਊਸ ਕਰਦਾ। ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ। ਦੁਨੀਆ ਦੇ ਮੋਹ ਦੀ ਢੋਲਕੀ ਸਾਡੇ ਅੰਦਰ ਵੱਜਦੀ ਪਈ ਹੈ, ਦੁਨੀਆ ਦੀ ਪਕੜ ਦੀ ਢੋਲਕੀ ਸਾਡੇ ਅੰਦਰ ਵੱਜਦੀ ਪਈ ਹੈ। ਤੇ ਫਿਰ ਕੀ ਹੁੰਦਾ ਹੈ, ਨਾਰਦ ਨਾਚੈ ਕਲ ਕਾ ਭਾਉ। ਤੁਸੀਂ ਇੱਕ ਕਰੈਕਟਰ ਨੂੰ ਵੇਖਿਆ ਹੋਵੇਗਾ ਨਾ, ਨਾਰਦ ਜਿਹੜਾ ਹੁੰਦਾ, ਵੈਸੇ ਤਾਂ ਉਹਦੇ ਬਾਰੇ ਇੱਦਾਂ ਮੰਨਿਆ ਜਾਂਦਾ ਨਾ ਵੀ ਲੜਾਈਆਂ ਕਰਾ ਕੇ ਰੱਖ ਦਿੰਦਾ, ਉਹ ਇੱਦਾਂ ਦਾ। ਮਨ ਨੂੰ ਨਾਰਦ ਕਿਹਾ ਹੈ ਮਹਾਰਾਜ ਨੇ, ਗੁਰਬਾਣੀ ਨਾਰਦ ਨਾਚੈ ਕਲ ਕਾ ਭਾਉ। ਇਸ ਸਮੇਂ ਦਾ ਪ੍ਰਭਾਵ ਲੈ ਕੇ, ਪਿਆਰ ਲੈ ਕੇ ਤੇ ਸਾਡਾ ਮਨ ਨੱਚਦਾ ਹੈ। ਕਦੀ ਚੰਗੀਆਂ ਖਿਆਲਾਂ 'ਚ ਨੱਚਣ ਲੱਗ ਪੈਂਦਾ, ਕਦੀ ਮਾੜਿਆਂ 'ਚ ਨੱਚਣ ਲੱਗ ਪੈਂਦਾ। ਔਰ ਵੇਖਿਓ ਤੁਸੀਂ, ਮਨ ਚੰਗਿਆਂ ਨਾਲ ਮਿਲੇਗਾ, ਚੰਗੀਆਂ ਗੱਲਾਂ ਸੋਚਣ ਲੱਗ ਪੈਂਦਾ, ਮਾੜਿਆਂ 'ਚ ਬੈਠੇ ਤਾਂ ਮਾੜਾ ਸੋਚਣ ਲੱਗ ਪੈਂਦਾ। ਨਾਰਦ ਨਾਚੈ, ਇਹ ਤਾਂ ਨੱਚਦਾ ਹੈ ਬਸ। ਨਾਰਦ ਨਾਚੈ ਕਲ ਕਾ ਭਾਉ। ਹੁਣ ਵੇਖੋ, ਜਤੀ ਸਤੀ ਕਹਾਂ ਰਾਖੈ ਪਾਉ। ਤੇ ਜਿਹੜੇ ਸਾਡੇ ਅੰਦਰ ਚੰਗੇ ਗੁਣ ਨੇ, ਜਿੱਦਾਂ ਬਹੁਤੇ ਝੂਠਿਆਂ ਦੇ ਵਿੱਚ ਸੱਚੇ ਬੰਦੇ ਦਾ ਬਹਿਣਾ ਔਖਾ ਹੋ ਜਾਂਦਾ, ਉਹਨਾਂ ਦੇ ਕੋਲੋਂ ਪੈਰ ਨਹੀਂ ਰੱਖਿਆ ਜਾਂਦਾ, ਵੀ ਉਹਨੂੰ ਉਹ ਝੂਠੇ ਸਗੋਂ ਹੀ ਝੂਠਾ ਕਰ ਦਿੰਦੇ ਨੇ ਵੀ ਤੂੰ ਇਕੱਲਾ ਹੀ ਸਾਡੇ ਤੋਂ ਵੱਖਰਾ ਤੁਰਿਆ ਫਿਰਦਾ। ਮਹਾਰਾਜ ਕਹਿੰਦੇ ਇੱਦਾਂ ਹੁੰਦਾ ਹੈ, ਜਤੀ ਸਤੀ ਕਹਾਂ ਰਾਖੈ ਪਾਉ। ਜਿਹੜੇ ਚੰਗੇ ਬੰਦੇ ਹੁੰਦੇ ਨੇ, ਜਿਹੜੇ ਸਾਡੇ ਅੰਦਰ ਚੰਗੇ ਗੁਣ ਨੇ, ਉਹਨਾਂ ਦਾ ਮੁਕਾਬਲਾ ਹੋ ਜਾਂਦਾ ਹੈ ਸਾਡੇ ਅੰਦਰ ਦੇ ਮਾੜੇ ਗੁਣਾਂ ਦੇ ਨਾਲ, ਤੇ ਮਾੜੇ ਗੁਣ ਉਹਨਾਂ ਨੂੰ ਦੱਬ ਕੇ ਰੱਖ ਲੈਂਦੇ ਨੇ, ਚੰਗੇ ਗੁਣ ਸਾਡੇ ਉੱਤੇ ਵੀ ਨਹੀਂ ਆਉਣ ਦਿੰਦੇ। ਔਰ ਵੇਖ ਲਓ, ਸਾਨੂੰ ਇੰਝ ਹੀ ਲੱਗੇਗਾ ਵੀ ਚੰਗੇ ਗੁਣ ਸਾਡੇ ਹਾਰਦੇ ਜਾਂਦੇ ਨੇ ਤੇ ਮਾੜੇ ਜਿੱਤਦੇ ਜਾਂਦੇ ਨੇ। ਇੱਦਾਂ ਨਹੀਂ ਵੀ ਅਸੀਂ ਇਹ ਕਹੀਏ ਵੀ ਬੜਾ ਨੀਵੇਂ ਜਿਹੇ ਹੋਣ ਵਾਲੀ ਗੱਲ ਹੈ। ਸਾਨੂੰ ਇੰਝ ਲੱਗੇਗਾ ਵੀ ਇੰਨਾ ਸਟਰਗਲ ਕਰਨਾ ਪੈ ਰਿਹਾ ਹੈ, ਵੀ ਚੰਗੇ ਗੁਣ ਲਿਆਉਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਮਾੜੇ ਆਪਣੇ ਆਪ ਹੀ ਪੈਦਾ ਹੋਈ ਜਾਂਦੇ ਨੇ।
ਚੰਗੀਆਂ ਆਦਤਾਂ ਲਿਆਉਣੀਆਂ ਪੈਂਦੀਆਂ ਨੇ, ਮਾੜੀਆਂ ਤਾਂ ਲਿਆਉਣੀਆਂ ਹੀ ਨਹੀਂ ਪੈਂਦੀਆਂ, ਆਪਣੇ ਆਪ ਹੀ ਪੈਦਾ ਹੋਈ ਜਾਂਦੀਆਂ ਨੇ, ਸੋਚਿਆ ਵੀ ਨਹੀਂ ਹੁੰਦਾ ਵੀ ਕਿੱਥੋਂ ਪੈਦਾ ਹੋ ਗਈਆਂ। ਜਤੀ ਸਤੀ ਕਹਾਂ ਰਾਖੈਂ ਪਾਉ, ਮਹਾਰਾਜ ਕਹਿੰਦੇ ਫਿਰ ਕਿੱਥੇ ਪੈਰ ਰੱਖਣ। ਉਹਨੂੰ ਬਾਬਾ ਕਬੀਰ ਕਹਿੰਦੇ ਇੱਕ ਗੱਲ ਆ ਗਈ ਜ਼ਿੰਦਗੀ ਦੇ ਵਿੱਚ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾਂ ਜੋ ਸਮਾਨਾ, ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਕਹਿੰਦੇ ਰੱਬ ਨੇ ਕਿਰਪਾ ਕੀਤੀ ਹੈ, ਮੇਰੇ ਅੰਦਰੋਂ ਇਹੋ ਜਿਹੇ ਖਿਆਲ ਨਹੀਂ ਪੈਦਾ ਹੁੰਦੇ। ਹੁਣ ਹੋ ਸਕਦਾ ਹੈ ਮੈਂ ਫਿਰ ਬੇਨਤੀ ਕਰ ਦੇਵਾਂ, ਜਿਹੜੇ ਮੇਰੇ ਅੰਦਰ ਖਿਆਲ ਪੈਦਾ ਹੁੰਦੇ ਨੇ ਤੁਹਾਡੇ ਅੰਦਰ ਨਹੀਂ ਪੈਦਾ ਹੁੰਦੇ, ਜਿਹੜੇ ਤੁਹਾਡੇ ਅੰਦਰ ਪੈਦਾ ਹੁੰਦੇ ਨੇ ਮੇਰੇ ਅੰਦਰ ਨਹੀਂ ਪੈਦਾ ਹੁੰਦੇ, ਕਿਉਂਕਿ ਸਾਡੇ ਸਾਰਿਆਂ ਦੇ ਵਿਚਾਰ ਵੱਖਰੇ ਨੇ, ਸਾਡੇ ਸਾਰਿਆਂ ਦੀ ਦੁਨੀਆ ਵੱਖਰੀ ਵੱਖਰੀ ਹੈ। ਰਹਿ ਭਾਵੇਂ ਅਸੀਂ ਇੱਕੋ ਹੀ ਥਾਂ ਦੇ ਉੱਤੇ ਰਹੀ ਹੋਈਏ, ਪਰ ਮਨ ਦੇ ਖਿਆਲ ਸਾਰਿਆਂ ਦੇ ਵੱਖਰੇ ਵੱਖਰੇ ਨੇ। ਪਰ ਇਹ ਬੇਸੁਰੇ ਨਹੀਂ ਹੋਣੇ ਚਾਹੀਦੇ। ਸਾਡਾ ਮਨ ਸਾਨੂੰ ਸਕੂਨ ਦੇਣ ਵਾਲਾ ਹੋਣਾ ਚਾਹੀਦਾ ਹੈ। ਚੰਗੀ ਇੱਦਾਂ ਅਸੀਂ ਟਿਕੇ ਹੋਣੇ ਚਾਹੀਦੇ ਹਾਂ, ਜਿੱਥੇ ਵੀ ਬੈਠੇ ਹਾਂ ਨਾ ਇਹ ਆਨੰਦ ਦੇਵੇ ਗੱਲ। ਪਰ ਹੋਇਆ ਕੀ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾ ਜੋ ਸਮਾਨਾ। ਮਹਾਰਾਜ ਕਹਿੰਦੇ ਜਿਹੜੇ ਤੇਰੇ ਅੰਦਰ ਰੌਲਾ ਪਾਉਂਦੇ ਸੀ ਵੀ ਤੁਰ ਇੱਧਰ ਨੂੰ, ਚੱਲ ਇੱਧਰ ਨੂੰ, ਆਹ ਕੰਮ ਕਰ, ਜਿਹੜੇ ਤੈਨੂੰ ਹਰ ਵੇਲੇ ਪਿੱਛੇ ਲਾਈ ਜਾ ਸਕਦੀ ਸੀ, ਨਾਦ ਕਹਾਂ ਜੋ ਸਮਾਨਾ, ਉਹ ਰੌਲਾ ਕਿੱਥੇ ਚਲ ਗਿਆ? ਨਾਦ ਸਾਊਂਡ ਬੇਸੁਰਾਪਨ ਕਿੱਥੇ ਚਲਾ ਗਿਆ? ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਇਹ ਅਗਲੀ ਪੰਕਤੀ 'ਚ ਜਵਾਬ ਆ ਗਿਆ ਹੈ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਮੇਰੇ ਇਹੋ ਜਿਹੇ ਖਿਆਲਾਂ ਨੂੰ ਉਡਾ ਕੇ ਲੈ ਗਿਆ ਹੈ ਮੇਰੇ ਅੰਦਰੋਂ। ਨਹੀਂ ਤਾਂ ਸਾਡੇ ਕੀ ਵੱਸ ਦੇ ਵਿੱਚ ਹੈ ਵੀ ਖਿਆਲ ਉਡਾ ਲਈਏ ਅਸੀਂ, ਮਾੜੇ ਖਿਆਲ ਮੁੱਕਦੇ ਹੀ ਨਹੀਂ ਬੰਦੇ ਦੇ ਅੰਦਰੋਂ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਤੇ ਉਹਨਾਂ ਨੇ ਅੱਗੇ ਸ਼ਬਦ ਵਰਤਿਆ ਹੈ ਬਾਬਾ ਬੋਲਤੇ ਤੇ ਕਹਾ ਗਏ। ਇਹਦਾ ਮਤਲਬ ਇਹ ਨਹੀਂ ਹੈ ਵੀ ਕੋਈ ਚੜ੍ਹਾਈ ਕਰ ਗਿਆ ਤੇ ਅਸੀਂ ਉਹਨੂੰ ਕਹੀਏ ਵੀ ਲੈ ਪਹਿਲਾਂ ਇੰਨੀਆਂ ਗੱਲਾਂ ਕਰਦਾ ਪਿਆ ਸੀ ਤੇ ਹੁਣ ਕਿੱਥੇ ਚਲੇ ਗਏ। ਇਹ ਉਹਨਾਂ ਦੇ ਲਈ ਸ਼ਬਦ ਨਹੀਂ ਹੈ। ਇਹਦਾ ਮਤਲਬ ਹੈ ਜਿਹੜੇ ਮੇਰੇ ਅੰਦਰ ਖਿਆਲ ਪਹਿਲਾਂ ਇੱਧਰ ਉੱਧਰ ਮੈਨੂੰ ਕਿੰਨਾ ਭਟਕਾ ਕੇ ਰੱਖਦੇ ਸੀ ਨਾ ਵੀ ਆਓ ਕਰ, ਆਹ ਕਰ, ਹਰ ਇੱਕ ਜੇ ਸਮਝਦੇ ਹਾਂ ਆਪਾਂ ਇਸ ਗੱਲ ਨੂੰ, ਤੇ ਕਹਾਂ ਗਏ, ਉਹ ਖਿਆਲ ਕਿੱਥੇ ਚਲੇ ਗਏ ਮੇਰੇ ਅੰਦਰੋਂ। ਜਿਹੜੀ ਆਦਤ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਤੁਸੀਂ ਆਪਣੇ ਜ਼ਿੰਦਗੀ ਨੂੰ ਵੇਖ ਲੈਣਾ, ਜਿਹੜੀ ਆਦਤ ਅਸੀਂ ਛੱਡ ਦਿੱਤੀ ਹੈ ਨਾ, ਹੋ ਸਕਦਾ ਪਹਿਲਾਂ ਸਾਨੂੰ ਕਿਤੇ ਪਈ ਹੋਵੇ ਤੇ ਅਸੀਂ ਛੱਡ ਦਿੱਤੀ, ਤੇ ਹੁਣ ਜੇ ਕੋਈ ਸਾਨੂੰ ਕਰੇ ਵੀ ਉਹ ਦੁਬਾਰਾ ਆਦਤ ਪਾ ਕੇ ਵੇਖੋ, ਸਾਡਾ ਮਨ ਵੀ ਨਹੀਂ ਕਰੇਗਾ, ਕਿਉਂਕਿ ਛੱਡ ਦਿੱਤੀ ਹੈ ਤੇ ਛੱਡ ਦਿੱਤੀ ਹੈ। ਹੁਣ ਮਨ ਦਾ ਜੀਅ ਵੀ ਨਹੀਂ ਕਰਦਾ ਉਸ ਕੰਮ ਨੂੰ ਕਰਨ ਦੇ ਲਈ। ਬੜੀਆਂ ਆਦਤਾਂ ਹੁੰਦੀਆਂ ਨੇ, ਅਸੀਂ ਪਵਾ ਲੈਂਦੇ ਹਾਂ ਫਿਰ ਛੱਡ ਵੀ ਦਿੰਦੇ ਹਾਂ, ਬਾਅਦ 'ਚ ਸਾਡਾ ਜੀਅ ਵੀ ਨਹੀਂ ਕਰਦਾ। ਮਹਾਰਾਜ ਕਹਿੰਦੇ ਨੇ ਵੀ ਉਹ ਜਿੱਦਾਂ ਆਦਤਾਂ ਤੇਰੀਆਂ ਛੁੱਟ ਗਈਆਂ ਨੇ ਨਾ, ਉਹ ਕਿੱਥੇ ਚਲੀਆਂ ਗਈਆਂ ਤੇਰੀਆਂ ਆਦਤਾਂ। ਜੇ ਆਪਣੇ ਆਪ ਨੂੰ ਸਵਾਲ ਕਰੇ ਵੀ ਤੈਨੂੰ ਕੁਝ ਗਲਤ ਆਦਤਾਂ ਪੈ ਗਈਆਂ ਸੀ, ਹੁਣ ਉਹ ਗਲਤ ਆਦਤਾਂ ਮੁੱਕ ਗਈਆਂ ਨੇ, ਜਿਹੜੀਆਂ ਤੇਰੇ ਸਰੀਰ ਦੇ ਨਾਲ ਚੰਬੜੀਆਂ ਰਹਿੰਦੀਆਂ ਸੀ, ਕਿੱਥੇ ਚਲੀਆਂ ਗਈਆਂ ਨੇ। ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗ ਰਹਤੇ, ਜਿਹੜੇ ਹਰ ਵੇਲੇ ਤੇਰੇ ਸਰੀਰ ਦੇ ਨਾਲ ਚੰਬੜੇ ਰਹਿੰਦੇ ਸੀ। ਫਿਰ ਕੀ ਹੈ, ਸੁਰਤ ਮਾਹੇ ਜੋ ਨਿਰਤੇ ਕਰਤੇ। ਹੁਣ ਵੇਖੋ, ਜੇ ਕੋਈ ਬੰਦਾ ਕਵੇ ਵੀ ਇਹ ਤੇ ਮਿਰਤਕ ਦੇ ਉੱਤੇ ਪੜ੍ਹਿਆ ਜਾਣ ਵਾਲਾ ਸ਼ਬਦ ਹੈ, ਤੇ ਉਹ ਕਿਤੇ ਸੁਰਤ ਥੋੜ੍ਹਾ ਨੱਚਦੇ ਜੀ। ਸਾਡੀ ਸੁਰਤ ਵਿੱਚ ਕਿਹੜੀ ਚੀਜ਼ ਡਾਂਸ ਕਰਦੀ ਪਈ, ਸੁਰਤ ਵਿੱਚ ਕਿਹੜੇ ਖਿਆਲ ਨੱਚਦੇ ਪਏ ਨੇ। ਮਹਾਰਾਜ ਉਹਦੀ ਗੱਲ ਕਰਦੇ ਪਏ ਨੇ, ਭਾਈ ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਜਿਹੜੇ ਤੇਰੀ ਸੁਰਤ ਦੇ ਵਿੱਚ ਦੌੜਦੇ ਨੇ ਸਾਡੇ ਖਿਆਲ, ਉਹ ਕਿੱਥੇ ਚਲੇ ਗਏ ਨੇ। ਮਤਲਬ ਹੁਣ ਉਹੋ ਜਿਹੀ ਗੱਲ ਕੋਈ ਪੈਦਾ ਹੀ ਨਹੀਂ ਹੁੰਦੀ। ਤੇ ਸ਼ਬਦ ਵੇਖੋ, ਬਜਾਵਨ ਹਾਰੋ ਕਹਾ ਗਇਓ ਜਿਨ ਇਹ ਮੰਦਰ ਕੀਨਾ। ਤੇਰਾ ਉਹ ਮਨ ਕਿੱਥੇ ਚਲਾ ਗਿਆ ਜਿਹੜਾ ਮਨ ਇਹਨਾਂ ਗੱਲਾਂ ਦੇ ਵਿੱਚੋਂ ਟੇਸਟ ਲੈਂਦਾ ਹੁੰਦਾ ਸੀ। ਇਹ ਵੀ ਨਾ ਮਹਾਰਾਜ ਬਖਸ਼ ਲਵੇ, ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ। ਹੋ ਸਕਦਾ ਸਾਨੂੰ ਕਿਸੇ ਦੀ ਨਿੰਦਾ ਕਰਨੀ ਤੇ ਸੁਣਨੀ ਚੰਗੀ ਨਾ ਲੱਗਦੀ ਹੋਵੇ, ਪਰ ਜਿਨ੍ਹਾਂ ਨੂੰ ਲੱਗਦੀ ਹੈ ਉਹਨਾਂ ਨੂੰ ਵੇਖੋ, ਭਾਵੇਂ 3-3 ਘੰਟੇ ਸੁਣਵਾਈ ਜਾਓ, ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਅਸੀਂ ਗਲਤ ਕਰਦੇ ਪਏ, ਉਹਨਾਂ ਨੂੰ ਲੱਗਦਾ ਹੀ ਨਹੀਂ। ਸਾਨੂੰ ਹੋ ਸਕਦਾ ਵੀ ਈਰਖਾ ਕਰਨੀ ਲੱਗਦੀ ਹੋਵੇ ਵੀ ਮੈਂ ਕਿਸੇ ਦੇ ਨਾਲ ਕਿਉਂ ਈਰਖਾ ਕਰਾਂ। ਜਿਨ੍ਹਾਂ ਦੇ ਅੰਦਰ ਪੈਦਾ ਹੁੰਦੀ ਆ ਉਹਨਾਂ ਵਿਚਾਰਿਆਂ ਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੀ ਬਣੀ ਜਾਂਦਾ ਸਾਡੇ ਨਾਲ। ਉਹ ਤਾਂ ਹਟਦੇ ਵੀ ਨਹੀਂ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੰਟਰੋਲ ਕਰਨਾ ਹੈ। ਉਹ ਲਗਾਤਾਰ ਵਜਾਈ ਜਾ ਰਹੇ ਨੇ, ਜਿੱਦਾਂ ਇੱਕ ਸਾਊਂਡ ਹੈ ਨਾ, ਫਿਰ ਕੀ ਆ, ਬੇਸੁਰਾ ਵੱਜੀ ਜਾ ਰਿਹਾ ਤੇ ਵੱਜੀ ਜਾਣ ਦਿਓ, ਕੋਈ ਗੱਲ ਨਹੀਂ। ਮਹਾਰਾਜ ਕਹਿੰਦੇ ਨੇ ਵੀ ਭਾਈ ਜਿਹੜੇ ਇਹ ਤੇਰੇ ਅੰਦਰ ਨੱਚਦੇ ਪਏ ਸੀ ਨਾ, ਬਜਾਵਨ ਹਾਰੋ ਕਹਾ ਗਇਓ, ਇਹਨਾਂ ਨੂੰ ਵਜਾਉਣ ਵਾਲਾ ਮਨ ਕਿੱਥੇ ਚਲਾ ਗਿਆ, ਭਾਵ ਕਿ ਮਨ ਹੀ ਬਦਲ ਗਿਆ। ਜਿਨ ਇਹ ਮੰਦਰ ਕੀਨਾ, ਜਿਹਨੇ ਆ ਤੇਰੀ ਸਾਰੀ ਦੁਨੀਆ ਬਣਾਈ ਹੋਈ ਸੀ। ਮਤਲਬ ਮਨ ਸੋਚ ਕੇ ਰੱਖਿਆ ਨਾ ਵੀ ਮਨ ਨੇ ਕਿਹਾ ਵੀ ਈਰਖਾ ਕਰ ਤੇ ਈਰਖਾ ਕਰ ਲਈ, ਮਨ ਨੇ ਕਿਹਾ ਵੀ ਕ੍ਰੋਧ ਕਰ ਤੇ ਕ੍ਰੋਧ ਕਰ ਲਿਆ,
ਮਨ ਨੇ ਕਿਹਾ ਵੀ ਇਸ ਚੀਜ਼ ਨੂੰ ਵੇਖ ਕੇ ਤੇ ਸੜਨਾ ਸ਼ੁਰੂ ਕਰ ਦੇ, ਮਨ ਸੜਨ ਲੱਗ ਪਿਆ। ਮਨ ਨੇ ਕਹਿ ਤਾ ਵੀ ਉਹ ਚੀਜ਼ ਚੰਗੀ ਨਹੀਂ ਹੈ, ਮੈਨੂੰ ਲੱਗਣ ਲੱਗ ਪਿਆ ਵੀ ਚੰਗੀ ਨਹੀਂ ਹੈ। ਮਨ ਨੇ ਉਹ ਕਹਿ ਦਿੱਤਾ ਵੀ ਆਹ ਚੀਜ਼ ਬੜੀ ਵਧੀਆ ਹੈ, ਬਸ ਜੀ ਬੜੀ ਵਧੀਆ ਹੈ। ਇੱਕੋ ਹੀ ਚੀਜ਼ ਹੁੰਦੀ ਹੈ। ਤੁਸੀਂ ਵੇਖੋ ਇੱਕ ਜਣੇ ਨੂੰ ਇੰਨੀ ਚੰਗੀ ਲੱਗਦੀ ਹੈ, ਦੂਜੇ ਨੂੰ ਇੰਨੀ ਬੁਰੀ ਕਿਉਂ ਲੱਗਦੀ ਹੈ? ਅੱਖਾਂ ਤਾਂ ਸਾਰਿਆਂ ਦੀ ਇੱਕੋ ਜਿਹੀਆਂ ਹੁੰਦੀਆਂ ਨੇ ਨਾ। ਚਲੋ ਥੋੜ੍ਹਾ ਜਿਹਾ ਨੀਵੇਂ ਪੱਧਰ ਦੀ ਗੱਲ ਹੈ, ਪਰ ਆਪਾਂ ਆਮ ਦੁਕਾਨਾਂ ਦੇ ਉੱਤੇ ਜਾ ਕੇ ਵੇਖਦੇ ਹੀ ਹਾਂ, ਜਿਹੜੀ ਚੀਜ਼ ਅਸੀਂ ਛੱਡ ਕੇ ਆ ਜਾਂਦੇ ਹਾਂ ਵੀ ਇਹ ਨਹੀਂ ਲੈਣੀ, ਦੂਜਾ ਕਿੱਦਾਂ ਖਰੀਦ ਲੈਂਦਾ ਜਾ ਕੇ। ਉਹ ਸੁੱਟ ਤਾਂ ਨਹੀਂ ਦਿੰਦੇ ਵੀ ਇੱਕ ਜਣਾ ਕੰਡੈਮ ਕਰ ਗਿਆ ਤਾਂ ਹੁਣ ਅਸੀਂ ਸੁੱਟ ਦੇਣੀ ਆ ਵੀ ਇਹ ਤਾਂ ਕਿਸੇ ਨੇ ਲੈਣੀ ਨਹੀਂ, ਉਹ ਦੂਜਾ ਖਰੀਦ ਕੇ ਲੈ ਜਾਂਦਾ। ਕਿੰਨੀ ਵਾਰ ਹੋਇਆ ਹੋਵੇਗਾ ਜੋ ਅਸੀਂ ਖਰੀਦ ਕੇ ਲਿਆਉਂਦੇ ਹਾਂ, ਕੀ ਪਤਾ ਪਹਿਲਾਂ ਕਿੰਨੇ ਜਾਣੇ ਉਹਨੂੰ ਬੇਪਸੰਦ ਕਰਕੇ ਗਏ ਸੀ ਵੀ ਸਾਨੂੰ ਨਹੀਂ ਪਸੰਦ। ਇਹ ਕੀ ਹੋ ਗਿਆ? ਮਨ ਦੀ ਚੋਇਸ। ਇੱਕ ਜਾਣੇ ਨੂੰ ਇੱਕ ਚੀਜ਼ ਚੰਗੀ ਲੱਗਦੀ ਪਈ ਹੈ, ਦੂਜੇ ਨੂੰ ਬਹੁਤ ਬੁਰੀ ਲੱਗਦੀ ਪਈ ਹੈ। ਮਨ ਆਪਣੀ ਦੁਨੀਆ ਬਣਾ ਕੇ ਬੈਠਾ ਹੋਇਆ ਹੈ ਭਾਈ। ਬਜਾਵਨ ਹਾਰੋ ਕਹਾ ਗਇਓ ਜਿਨ ਇਹ ਮੰਦਰ ਕੀਨਾ। ਜਿਸ ਮਨ ਨੇ ਐਡੀ ਵੱਡੀ ਦੁਨੀਆ ਬਣਾਈ ਸੀ ਨਾ, ਬਾਬਾ ਕਬੀਰ ਕਹਿੰਦੇ ਕਿੱਥੇ ਚਲਾ ਗਿਆ? ਕਹਿੰਦੇ ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਜਿੱਦਾਂ ਇੱਕ ਮਾਲਾ ਹੁੰਦੀ ਹੈ ਨਾ, ਅਤੇ ਮਾਲਾ ਦੇ ਮਣਕਿਆਂ ਨੂੰ ਇੱਕ ਚੀਜ਼ ਦੇ ਨਾਲ ਪਰੋਇਆ ਹੁੰਦਾ, ਉਹ ਹੁੰਦਾ ਹੈ ਧਾਗਾ। ਜੇ 100 ਮਣਕੇ ਹੋਣ ਤਾਂ ਧਾਗੇ ਤਾਂ 100 ਨਹੀਂ ਨਾ ਹੁੰਦੇ, ਧਾਗਾ ਤਾਂ ਇੱਕ ਹੀ ਹੁੰਦਾ ਹੈ। ਹੁਣ ਉਹਨਾਂ ਸਾਰੇ ਮਣਕਿਆਂ ਨੂੰ, ਸਾਰੇ ਮੋਤੀਆਂ ਨੂੰ ਇੱਕ ਆਸਰਾ ਹੈ ਧਾਗੇ ਦਾ। ਆਹ ਜੋ ਕੁਝ ਅਸੀਂ ਕਰਦੇ ਹਾਂ, ਸੋਚਦੇ ਹਾਂ, ਚੰਗਾ ਹੈ ਬੁਰਾ ਹੈ, ਇਹਨੂੰ ਸਾਰਿਆਂ ਨੂੰ ਇੱਕ ਚੀਜ਼ ਦਾ ਆਸਰਾ ਹੈ, ਉਹ ਹੈ ਸਾਡੇ ਮਨ ਦਾ। ਅਤੇ ਜੇ ਮੋਤੀਆਂ ਦੀ ਮਾਲਾ ਦੇ ਵਿੱਚੋਂ ਧਾਗਾ ਹੀ ਕੱਢ ਦਿਓ, ਖਿਲਰ ਗਏ ਨਾ ਮੋਤੀ। ਅਤੇ ਜੇ ਇੰਨੇ ਚੰਗੇ ਮਾੜੇ ਖਿਆਲਾਂ ਦੇ ਵਿੱਚੋਂ ਮਨ ਹੀ ਪਰੇ ਹੋ ਗਿਆ, ਅਤੇ ਖਿਆਲ ਤਾਂ ਆਪਣੇ ਆਪ ਹੀ ਉੱਡ ਕੇ ਪਰੇ ਕਿਤੇ ਚਲੇ ਗਏ। ਜਿਹੜਾ ਗਲਤ ਸੋਚਦਾ ਹੈ ਮਨ, ਜੇ ਮਨ ਹੀ ਬਦਲ ਗਿਆ ਤਾਂ ਸੋਚ ਤਾਂ ਆਪਣੇ ਆਪ ਹੀ ਬਦਲ ਜਾਵੇਗੀ ਨਾ। ਇਸ ਕਰਕੇ ਮਹਾਰਾਜ ਨਹੀਂ ਕਹਿੰਦੇ ਵੀ ਤੁਸੀਂ ਔਗਣ ਖਤਮ ਕਰੋ, ਮਹਾਰਾਜ ਕਹਿੰਦੇ ਗੁਣ ਤੁਸੀਂ ਆਪਣੇ ਅੰਦਰ ਮਨ ਨੂੰ ਬਦਲ ਲਓ, ਔਗਣ ਆਪਣੇ ਆਪ ਹੀ ਮੁੱਕ ਜਾਣੇ ਨੇ। ਤੁਸੀਂ ਧਾਗਾ ਖਿੱਚ ਲਓ ਨਾ ਮੋਤੀਆਂ ਦੇ ਵਿੱਚੋਂ, ਆਪਣੇ ਆਪ ਹੀ ਮਾਲਾ ਖਿਲਰ ਜਾਵੇਗੀ। ਬਜਾਵਨ ਹਾਰੋ ਕਹਾ ਗਇਓ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੈ। ਹੁਣ ਜਿਹੜਾ ਤੇਰੇ ਅੰਦਰ ਲਗਾਤਾਰ ਰੌਲਾ ਚੱਲਦਾ ਪਿਆ ਸੀ, ਇਹ ਰੌਲਾ ਇੱਦਾਂ ਸਮਝ ਲਈਏ ਮੈਂ ਆਪ ਜੀ ਦੇ ਅੱਗੇ ਰੱਖਦਾ ਪਿਆ ਹਾਂ, ਮੇਰੇ ਅੰਦਰ ਰੌਲਾ ਕਿਸੇ ਹੋਰ ਤਰੀਕੇ ਦਾ ਹੈ, ਆਪ ਜੀ ਦੇ ਅੰਦਰ ਕਿਸੇ ਹੋਰ ਤਰੀਕੇ ਦਾ ਹੈ, ਪਰ ਹੈ ਰੌਲਾ ਹੀ ਹੈ, ਅਜੇ ਟਿਊਨ ਨਹੀਂ ਹੈ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਸਮਝ ਲਓ ਵੀ ਇਹਦਾ ਸਾਰਾ ਤੇਜ ਹੀ ਖਿੱਚਿਆ ਗਿਆ। ਜਿੱਦਾਂ ਮੋਤੀਆਂ ਦੇ ਵਿੱਚੋਂ ਇੱਕ ਧਾਗਾ ਖਿੱਚ ਲਿਆ ਜਾਵੇ ਅਤੇ ਮਾਲਾ ਬਿਖਰ ਜਾਂਦੀ ਹੈ ਨਾ, ਜਦੋਂ ਮਨ ਹੀ ਵਿੱਚੋਂ ਖਿੱਚ ਲਿਆ ਗਿਆ ਅਤੇ ਫਿਰ ਕਾਹਦਾ ਰੌਲਾ ਰਹਿ ਗਿਆ ਅਤੇ ਕਾਹਦੇ ਚੰਗੇ ਮਾੜੇ ਖਿਆਲ ਰਹਿ ਗਏ। ਫਿਰ ਅਗਲੀ ਪੰਕਤੀ ਹੈ, ਸਰਵਨਨ ਬਿਕਲ ਭਏ ਸੰਗ ਤੇਰੇ ਇੰਦਰੀ ਕਾ ਬਲ ਥਾਕਾ। ਮਹਾਰਾਜ ਕਹਿੰਦੇ ਤੇਰੇ ਕੰਨਾਂ ਨੂੰ ਜਿਹੜੀ ਗਲਤ ਸੁਣਨ ਦੀ ਆਦਤ ਪੈ ਗਈ ਹੈ। ਇਹ ਫਿਰ ਮੈਂ ਇੱਦਾਂ ਕਹਿ ਦੇਵਾਂ, ਸਾਨੂੰ ਕਦੀ ਕਦੀ ਇੰਝ ਲੱਗਦਾ ਵੀ ਭਾਈ ਮੈਂ ਤਾਂ ਗਲਤ ਸੁਣਦਾ ਹੀ ਨਹੀਂ। ਠੀਕ ਹੈ, ਬਚਾ ਲਵੇ ਸਤਿਗੁਰੂ, ਸਾਨੂੰ ਬਿਜ਼ੀ ਹੀ ਇੰਨਾ ਰੱਖੇ ਵੀ ਗਲਤ ਸੁਣਨ ਦੀ ਆਦਤ ਹੀ ਨਾ ਪਵੇ। ਪਰ ਵੇਖ ਲਓ ਕੀ ਹਾਲ ਹੋ ਰਿਹਾ। ਜਿਹੜੇ ਗੀਤ ਵੱਡਿਆਂ ਨੂੰ ਬਹੁਤ ਨਿਕੰਮੇ ਲੱਗਦੇ ਨੇ, ਵੀ ਬੇਕਾਰ ਦੀਆਂ ਗੱਲਾਂ ਨੇ, ਮੈਂ ਸ਼ਾਇਦ ਪਹਿਲਾਂ ਵੀ ਬੋਲਦਾ ਹੁੰਦਾ ਵੀ ਅੱਜ ਕੱਲ੍ਹ ਤਾਂ ਬੜਾ ਇੱਦਾਂ ਦੀ ਪ੍ਰਵਿਰਤੀ ਆ ਗਈ ਹੈ। ਮੈਂ ਥੋੜ੍ਹੇ ਦਿਨ ਹੀ ਹੋਏ, ਹੋਲੀ ਵਾਲਾ ਦਿਨ ਸੀ ਨਾ, ਅਤੇ ਲੋਕ ਕਾਫੀ ਜਾਣੇ ਨੇ ਆਪਣੇ ਛੱਤ ਦੇ ਉੱਤੇ ਲਾ ਕੇ ਅਤੇ ਗਾਇਆ, ਕਈਆਂ ਨੇ ਜੋ ਮਰਜ਼ੀ ਕੀਤਾ ਹੋਵੇ। ਇਹ ਕਈਆਂ ਨੂੰ ਲੱਗਦਾ ਵੀ ਉਹਨਾਂ ਦੀ ਆਜ਼ਾਦੀ ਹੈ। ਠੀਕ ਹੈ, ਆਜ਼ਾਦੀ ਹੈ, ਪਰ ਸੁਣ ਕੀ ਰਹੇ ਨੇ? ਕਦੀ ਆਪਾਂ ਸੋਚ ਕੇ ਵੇਖੀਏ। ਮੈਂ ਨਹੀਂ ਕਹਿੰਦਾ ਵੀ ਮੈਂ ਬੜੀਆਂ ਵਧੀਆ ਗੱਲਾਂ ਸੁਣਾਉਂਦਾ ਹਾਂ। ਮੈਂ ਤਾਂ ਕੱਲ੍ਹ ਵੀ ਬੇਨਤੀ ਕੀਤੀ ਸੀ ਪਰਸੋਂ ਵੀ ਇਹ ਤਾਂ ਗੁਰੂ ਦੀਆਂ ਗੱਲਾਂ ਤੁਸੀਂ ਸੁਣਨ ਆ ਜਾਂਦੇ, ਨਹੀਂ ਤਾਂ ਤੁਸੀਂ ਤਾਂ ਮੈਨੂੰ ਬਿਲਕੁਲ ਵੀ ਨਾ ਸੁਣੋ। ਮੈਂ ਕੀ ਹਾਂ? ਮੈਂ ਤਾਂ ਕੁਝ ਵੀ ਨਹੀਂ ਹਾਂ। ਪਰ ਮਾਫ਼ ਕਰਨਾ, ਮੈਂ ਸ਼ਬਦ ਵਰਤਦਾ ਪਿਆ ਹਾਂ। ਪਹਿਲਾਂ ਨਾ ਕੋਈ ਗਾਲ ਕੱਢਦਾ ਹੁੰਦਾ ਸੀ ਨਾ, ਅਤੇ ਬੁਰਾ ਮੰਨਿਆ ਜਾਂਦਾ ਸੀ ਵੀ ਇਸ ਬੰਦੇ ਨੂੰ ਲਿਆਕਤ ਨਹੀਂ ਹੈਗੀ, ਇਸ ਬੰਦੇ ਨੂੰ ਅਕਲ ਨਹੀਂ ਹੈ ਵੀ ਇਹ ਗੱਲ ਕਰਦਾ ਕਿੱਦਾਂ ਬੋਲਦਾ ਹੈ, ਕਿੱਡਾ ਬੁਰਾ ਮੰਨਿਆ ਜਾਂਦਾ ਸੀ। ਹੁਣ ਤੁਸੀਂ ਵੇਖ ਲਓ, ਗਾਣਿਆਂ ਦੇ ਵਿੱਚ ਸਰੇਆਮ ਗਾਲਾਂ ਨੇ, ਔਰ ਬੜੇ ਚਾਅ ਦੇ ਨਾਲ ਲੋਕ ਸੁਣਦੇ ਨੇ ਵੀ ਗਾਲਾਂ ਹੀ ਸੁਣੀ ਜਾਂਦੇ ਨੇ, ਗਾਣੇ ਕਾਹਦੇ ਸੁਣਦੇ ਪਏ ਨੇ। ਕੰਨਾਂ ਦਾ ਟੇਸਟ ਬਦਲ ਗਿਆ। ਵੱਡਿਆਂ ਨੂੰ ਬੇਕਾਰ ਲੱਗਦਾ ਵੀ ਕੀ ਸੁਣਦੇ ਪਏ ਆ, ਉਹਨਾਂ ਨੂੰ ਲੱਗਦਾ ਵੀ ਚੀਜ਼ ਹੀ ਆ ਸੁਣਨ ਵਾਲੀ, ਹੋਰ ਕੀ ਚੀਜ਼ ਹੈ, ਹੋਰ ਕੁਝ ਰਹਿ ਗਿਆ ਸੁਣਨ ਵਾਲਾ। ਉਹਨੂੰ ਮਹਾਰਾਜ ਕਹਿੰਦੇ ਨੇ ਵੀ ਤੇਰੇ ਕੰਨਾਂ ਨੂੰ ਜਿਹੜੀ ਵਾਦੀ ਪਈ ਸੀ ਨਾ, ਵੀ ਤੂੰ ਇਹੋ ਕੁਝ ਹੀ ਸੁਣਨਾ ਸਾਰਾ ਦਿਨ। ਔਰ ਵੇਖ ਲਓ, ਮੈਂ ਤਾਂ ਬੁਰਾ ਨਾ ਮਨਾਇਓ, ਮੈਂ ਵਾਰ-ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ ਮੈਂ ਤਾਂ ਇੱਦਾਂ ਵੇਖਦਾ ਹੁੰਦਾ ਵੀ ਸਿਰਫ 2 ਮਿੰਟ ਲਈ ਹੈੱਡਫੋਨ ਕੰਨ 'ਚੋਂ ਨਿਕਲਦੇ ਨੇ। ਨਮਸਕਾਰ ਹੈ ਉਹਨਾਂ ਨੂੰ, ਠੀਕ ਹੈ, ਗੁਰਦੁਆਰੇ ਆਉਂਦੇ ਨੇ, ਪਰ ਇੱਦਾਂ ਹੁੰਦਾ ਵੀ ਹੁਣ ਜਦੋਂ
2-2 4-4 ਘੰਟੇ ਬੰਦਾ ਗਾਣੇ ਸੁਣਦਾ ਰਹੇਗਾ ਤੇ ਉਹਨੂੰ 2 ਮਿੰਟ ਗੁਰਦੁਆਰੇ ਬੈਠੇ ਦਾ ਅਸਰ ਹੋਵੇਗਾ ਕਿ ਉਹਨੂੰ 2 ਘੰਟੇ ਗਾਣੇ ਸੁਣੇ ਦਾ ਅਸਰ ਹੋਵੇਗਾ? ਕਿਹੜੀ ਚੀਜ਼ ਦਾ ਅਸਰ ਹੋਵੇਗਾ? ਜਿਹੜੀ ਚੀਜ਼ ਜ਼ਿਆਦਾ ਸੁਣੀ ਉਹਦਾ ਹੀ ਅਸਰ ਹੋਵੇਗਾ। ਸਾਰੇ ਗਾਣੇ ਵੀ ਨਹੀਂ ਸੁਣਦੇ, ਇਹ ਵੀ ਮੈਨੂੰ ਪਤਾ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਜੋ ਕੁਝ ਸੁਣਿਆ ਜਾ ਰਿਹਾ ਨਾ ਬਹੁਤ ਨਿਕੰਮਾ ਸੁਣਿਆ ਜਾ ਰਿਹਾ, ਤੇ ਉਹੀ ਸਾਡੇ ਅੱਗੇ ਆਈ ਜਾਂਦਾ ਹੈ। ਫਿਰ ਉਹਨੂੰ ਬਾਬਾ ਕਬੀਰ ਕਹਿੰਦੇ ਤੇਰਾ ਕਿਉਂ ਨਹੀਂ ਜੀਅ ਕਰਦਾ ਵੀ ਤੂੰ ਇਹੋ ਜਿਹੀਆਂ ਗੱਲਾਂ ਸੁਣੇ? ਇੱਕ ਜਣੇ ਦਾ ਜੀਅ ਕਰਦਾ ਨਾ ਵੀ ਇਹੋ ਜਿਹੇ ਗਾਣੇ ਸੁਣੋ, ਦੂਜੇ ਦਾ ਜੀਅ ਨਹੀਂ ਕਰਦਾ ਵੀ ਚੰਗੀ ਚੀਜ਼ ਸੁਣੋ ਤੇ ਸੁਣੋ, ਮੈਂ ਇਹ ਜਿਹੀ ਗੱਲ ਸੁਣਨੀ ਨਹੀਂ ਚਾਹੁੰਦਾ, ਮੇਰੇ ਲਾਗੇ ਨਾ ਲਾਓ ਇਹੋ ਜਿਹੀ ਗੱਲ। ਵੀ ਉਹਦੇ ਨਾਲ ਇਹ ਕਿੱਦਾਂ ਹੋ ਗਿਆ? ਉਹਨੇ ਮਨ ਬਦਲ ਲਿਆ ਆਪਣਾ। ਸਰਵਨਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਬਾਕੀਆਂ ਨੂੰ ਜਿਹੜੇ ਇੰਦਰੇ ਤੰਗ ਕਰਦੇ ਪਏ ਨੇ, ਤੇਰੇ ਲਈ ਕਿਉਂ ਕੰਟਰੋਲ ਦੇ ਵਿੱਚ ਹੋ ਗਏ ਨੇ? ਚਰਨ ਰਹੇ ਕਰ ਢਰਕ ਪਰੇ ਹੈ। ਜਿਨ੍ਹਾਂ ਬਾਕੀਆਂ ਦੇ ਪੈਰ ਉਸੇ ਵੇਲੇ ਉੱਠ ਕੇ ਪੁੱਠੇ ਪਾਸੇ ਨੂੰ ਤੁਰ ਪੈਂਦੇ ਨੇ, ਤੇਰੇ ਕਿਉਂ ਨਹੀਂ ਜਾਂਦੇ? ਇਹ ਜਿਨ੍ਹਾਂ ਦੇ ਨਾਲ ਚੰਗਾ ਵਾਪਰ ਜਾਂਦਾ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀ ਨਾ ਵੀ ਇਹੋ ਹੀ ਸਮਾਂ ਹੈ, ਕਈਆਂ ਨੂੰ ਸੁਲਾਹ ਵੀ ਮਾਰਦੇ ਹੋਣਗੇ ਨਾ ਵੀ ਚਲੋ ਜਾਣਾ ਅੱਜ ਫਲਾਣੀ ਥਾਂ 'ਤੇ ਪਾਰਟੀ ਹੈ ਅਤੇ ਚਲੋ ਸਾਡੇ ਨਾਲ, ਅਤੇ ਮਨਾ ਵੀ ਕਰ ਦਿੰਦੇ ਵੀ ਨਹੀਂ ਆਪਾਂ ਨਹੀਂ ਜਾਣਾ ਭਾਈ, ਆਪਣਾ ਉੱਧਰ ਕੀ ਕੰਮ ਹੈ। ਰੋਕ ਲਿਆ ਨਾ ਆਪਣੇ ਕਦਮਾਂ ਨੂੰ। ਮਹਾਰਾਜ ਕਹਿੰਦੇ ਤੇਰੇ ਕੋਲ ਕੀ ਤਾਕਤ ਸੀ ਵੀ ਤੂੰ ਆਪਣੇ ਕਦਮਾਂ ਨੂੰ ਰੋਕ ਲੈਣਾ? ਚਰਨ ਰਹੇ ਮਤਲਬ ਰਹਿ ਗਏ, ਉੱਧਰ ਨਹੀਂ ਜਾਂਦੇ। ਕਰ ਢਰਕ ਪਰੇ ਹੈ, ਤੇਰੇ ਹੱਥ ਪੈਰ ਗਲਤ ਕੰਮ ਨਹੀਂ ਕਰਦੇ। ਇੰਨੀ ਦੁਨੀਆ ਦੇ ਕਰੀ ਜਾਂਦੇ ਨੇ, ਤੇਰੇ ਗਲਤ ਨਹੀਂ ਕਰਦੇ। ਚਰਨ ਰਹੇ ਕਰ ਢਰਕ ਪਰੇ ਹੈ, ਮੁੱਖੋਂ ਨਾ ਨਿਕਸੈ ਬਾਤਾ। ਹੁਣ ਤੇਰੇ ਮੂੰਹ ਦੇ ਵਿੱਚੋਂ ਕਿਸੇ ਨੂੰ ਮਾੜਾ ਬੋਲ ਨਹੀਂ ਨਿਕਲਦਾ। ਤੇਰੇ ਮੂੰਹ ਦੇ ਵਿੱਚੋਂ ਕਦੀ ਕਿਸੇ ਦੇ ਨਾਲ ਮਤਲਬ ਇਹ ਖਿਆਲ ਵੀ ਨਹੀਂ ਪੈਦਾ ਹੁੰਦਾ ਵੀ ਮੈਂ ਜ਼ਬਾਨੀ ਕਲਾਮੀ ਵੀ ਕਿਸੇ ਨੂੰ ਬੁਰਾ ਬੋਲ ਦੇਵਾਂ। ਨਹੀਂ ਤਾਂ ਦੇਖ ਲਓ ਇਹ ਹਾਲ, ਇਹ ਸਾਡੇ ਤੋਂ ਤਾਂ ਸਭ ਤੋਂ ਜ਼ਿਆਦਾ ਦੂਰ ਆਹ ਗੱਲ ਹੈ। ਅਜੇ ਚਲੋ ਵੈਸੇ ਤਾਂ ਜੋ ਸੁਣਦੇ ਉਹੀ ਸਾਡੇ ਅੰਦਰੋਂ ਬਾਹਰ ਨਿਕਲਦਾ ਹੈ, ਪਰ ਬੰਦਾ ਮੂੰਹ 'ਤੇ ਨਾ ਬੁਰਾ ਕਵੇ ਅਤੇ ਪਿੱਠ ਪਿੱਛੇ ਕਹਿ ਦਿੰਦਾ ਵੀ ਤੁਹਾਡਾ ਕੁਝ ਨਹੀਂ ਦੇ ਰਹਿਣਾ। ਨਹੀਂ ਕਹਿੰਦੇ ਅਸੀਂ, ਜਿਹਦੇ ਨਾਲ ਸਾਡੀ ਬਣ ਜਾਂਦੀ ਅਸੀਂ ਕਹਿੰਦੇ ਵੀ ਹੈ ਹੀ ਇਹਦਾ ਸਾਰਾ ਕੁਝ ਹੈ, ਜਿਹਦੇ ਨਾਲ ਨਹੀਂ ਬਣਦੀ ਫਿਰ ਅਸੀਂ ਕਿੱਦਾਂ ਦੀਆਂ ਬਦਦੁਆਵਾਂ ਦਿੰਦੇ। ਅਸੀਂ ਦਾ ਮਤਲਬ ਸਾਰੇ ਹੀ, ਇਹ ਨਹੀਂ ਵੀ ਸਿਰਫ 2-4 ਜਾਣਿਆਂ ਦੀ ਗੱਲ। ਦੁਨੀਆ ਦਾ ਹਾਲ ਇਹੋ ਹੀ ਹੈ, ਜੇ ਕਿਸੇ ਨੇ ਹੈਲਪ ਕਰ ਦਿੱਤੀ ਉਹ ਰੱਬ ਲੱਗਣ ਲੱਗ ਪਿਆ, ਨਹੀਂ ਹੈਲਪ ਕੀਤੀ ਤਾਂ ਫਿਰ ਕੀ ਲੱਗਦਾ? ਸਾਨੂੰ ਸਾਰਿਆਂ ਨੂੰ ਪਤਾ। ਫਿਰ ਉਹਦੇ ਲਈ ਸਾਡੇ ਕੋਲ ਕੀ ਨੇ? ਬਦ ਅਸੀਸਾਂ ਨੇ। ਹਜ਼ੂਰ ਕਹਿੰਦੇ ਮੁੱਖੋਂ ਨਾ ਨਿਕਸੈ ਬਾਤਾ, ਵੀ ਤੇਰੇ ਮਨ 'ਚ ਕੀ ਚੇਂਜ ਆ ਗਿਆ ਵੀ ਤੂੰ ਕਦੀ ਕਿਸੇ ਨੂੰ ਮਾੜਾ ਬੋਲਦਾ ਹੀ ਨਹੀਂ? ਤੇਰੇ ਮਨ 'ਚ ਕੀ ਬਦਲਾ ਆ ਗਿਆ ਵੀ ਤੂੰ ਕਿਸੇ ਨੂੰ ਜ਼ੁਬਾਨੀ ਕਲਾਮੀ ਬੁਰਾ ਬੋਲਦਾ ਵੀ ਨਹੀਂ ਹੈ? ਮੁੱਖੋਂ ਨਾ ਨਿਕਸੈ ਬਾਤਾ। ਫਿਰ ਸਤਿਗੁਰੂ ਕਹਿੰਦੇ ਨੇ ਥਾਕੇ ਪੰਚ ਦੂਤ ਸਭ ਤਸਕਰ। ਜਿਹੜੇ ਤੇਰੇ 5 ਜਿਹੜੇ ਵਿਕਾਰ ਸੀ, ਸਭ ਤਸਕਰ ਜਿਹੜੇ ਤੇਰੇ ਅੰਦਰੋਂ ਹੌਲੀ ਹੌਲੀ ਨਾ ਮਟੀਰੀਅਲ ਚੋਰੀ ਕਰੀ ਜਾਂਦੇ ਨੇ। ਮਹਾਰਾਜ ਜੀ ਦੀ ਬਾਣੀ ਦਾ ਇੱਕ ਬਚਨ ਹੈ, ਇਸ ਦੇਹੀ ਅੰਦਰ ਪੰਚ ਚੋਰ ਵਸੈਂ। ਪੰਜ ਚੋਰ ਵਸਦੇ ਪਏ ਨੇ ਸਰੀਰ ਦੇ ਅੰਦਰ, ਹੈ ਤੇ ਅੰਮ੍ਰਿਤ ਅੰਦਰ ਹੀ ਹੈ। ਸਤਿਗੁਰੂ ਜੀ ਦੀ ਬਾਣੀ ਦਾ ਹੋਰ ਬਚਨ ਹੈ, ਕਿਉਂਕਿ ਉਹਦੇ ਵਿੱਚੋਂ ਅਗਲੀ ਗੱਲ ਨਿਕਲ ਆਉਂਦੀ ਹੈ, ਸਭ ਕਿਛ ਘਰ ਮੈਂ ਬਾਹਰ ਨਾ ਹੀ। ਇਹਦਾ ਮਤਲਬ ਕਿੱਥੇ ਹੈ? ਦਿਲ ਦੇ ਵਿੱਚ ਹੈ ਸਾਰਾ ਕੁਝ, ਨਾਮ ਅੰਦਰ ਹੈ। ਪਰ ਸਤਿਗੁਰੂ ਕੀ ਕਹਿੰਦੇ ਨੇ? ਇਸ ਦੇਹੀ ਅੰਦਰ ਪੰਚ ਚੋਰ ਵਸੈਂ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ 5 ਚੋਰ ਵਸਦੇ ਨੇ। ਇਹ ਕਰਦੇ ਕੀ ਨੇ? ਅੰਮ੍ਰਿਤ ਲੂਟੈਂ, ਬੰਦੇ ਦੇ ਚੰਗੇ ਗੁਣ ਅੰਦਰੋਂ ਖਤਮ ਕਰੀ ਜਾਂਦੇ। ਮਨਮੁਖ ਨਹੀਂ ਬੂਝੈਂ। ਪਰ ਮਨਮੁੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਵੀ ਚੋਰੀ ਹੋਈ ਜਾਂਦੀ ਤੇ ਕੋਈ ਗੱਲ ਨਹੀਂ, ਸਾਨੂੰ ਕੀ ਲੱਗਦਾ ਵੀ ਚੋਰੀ ਹੋਈ ਜਾਂਦੇ। ਔਰ ਵੇਖਿਓ ਤੁਸੀਂ, ਸਤਿਗੁਰੂ ਕਹਿੰਦੇ ਨੇ ਨਾ, ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਜਿੱਦਾਂ ਸਬਜ਼ੀ ਗਲ ਜਾਂਦੀ ਹੈ ਨਾ, ਇੱਦਾਂ ਗੁਣ ਗਲ ਜਾਂਦੇ ਨੇ, ਚੰਗਿਆਈਆਂ ਗਲ ਜਾਂਦੀਆਂ ਨੇ ਬੰਦੇ ਦੇ ਅੰਦਰੋਂ। ਪਹਿਲਾਂ ਬਹੁਤ ਚੰਗੇ ਹੁੰਦੇ ਨੇ, ਬਾਅਦ ਦੇ ਵਿੱਚ ਵੇਖ ਲਓ ਕਿੱਦਾਂ ਦੇ ਬਣ ਜਾਂਦੇ ਨੇ। ਉਹੀ ਗੱਲ ਹੈ ਜਿਹੜੀ ਆਪਾਂ ਵਿਚਾਰਦੇ ਹੁੰਦੇ ਹਾਂ ਵੀ ਤੁਸੀਂ 14 ਤੋਂ ਥੱਲੇ ਆਉਣ ਦਿਓ ਅਤੇ ਤੁਸੀਂ ਵੇਖੋ ਕਿ ਕਿੰਨੇ ਜਾਣੇ ਪਾਠ ਕਰਦੇ ਨੇ, ਅਤੇ ਤੁਸੀਂ ਅੱਗੇ ਜਾਣ ਤੱਕ ਲੈ ਜਾਓ। ਫਿਰ ਜਾ ਕੇ ਕਿਤੇ 50 ਸਾਲ ਤੋਂ ਬਾਅਦ 'ਚ ਸ਼ੁਰੂ ਹੁੰਦਾ ਕੰਮ ਵੀ ਨਹੀਂ ਰੱਬ ਵੀ ਕੋਈ ਚੀਜ਼ ਹੈ ਆ, ਨਹੀਂ ਤਾਂ ਵਿੱਚੋਂ ਮਾਈਨਸ ਹੋ ਜਾਂਦਾ ਸਾਰਾ ਕੁਝ। ਵੇਖ ਲਓ ਗੁਰਦੁਆਰਿਆਂ ਦੇ ਵਿੱਚ ਹੀ ਕਿੰਨੇ ਕੁ ਬੈਠੇ ਹੁੰਦੇ ਨੇ ਇਸ ਉਮਰ ਦੇ ਵਿੱਚ ਵਾਲੇ, ਬਹੁਤ ਥੋੜ੍ਹੇ ਬੱਚੇ। ਹਾਲਾਂਕਿ ਆਉਂਦੇ ਨੇ ਇੱਥੇ, ਕਾਫੀ ਆਉਂਦੇ ਨੇ, ਪਰ ਤੁਸੀਂ ਵੇਖਿਓ ਕੀ ਹਾਲ ਹੋਇਆ ਪਿਆ ਹੈ। ਉਸ ਉਮਰ ਦੇ ਵਿੱਚ ਕੋਈ ਜਾਣਾ ਵੀ ਨਹੀਂ ਚਾਹੁੰਦਾ ਅਤੇ ਸੁਣਨਾ ਵੀ ਨਹੀਂ ਚਾਹੁੰਦਾ। ਗੁਣ ਗਲੀ ਜਾਂਦੇ ਨੇ ਹੌਲੀ ਹੌਲੀ, ਬਣਨ ਦੀ ਬਜਾਏ ਖਤਮ ਹੋਣੇ ਸ਼ੁਰੂ ਹੋ। ਹਜ਼ੂਰ ਕਹਿੰਦੇ ਨੇ ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਭਰਮ 'ਤੇ। ਜਿੱਦਾਂ ਕੋਈ ਮਤਲਬ ਹੋਵੇ ਵੀ ਟਿਕਦਾ ਨਹੀਂ ਨਾ ਕੋਈ, ਆਪਾਂ ਕਹਿ ਦਈਏ ਵੀ ਬਹਿ ਜਾ, ਬਵੇ ਨਾ, ਕਦੀ ਉੱਧਰ ਚਲਾ ਗਿਆ ਕਦੀ ਉੱਧਰ ਚਲਾ ਗਿਆ, ਫਿਰ ਆਪਾਂ ਕਹਿੰਦੇ ਵੀ ਕੋਈ ਨਹੀਂ ਆਪੇ ਥੱਕ ਕੇ ਬਹੂਗਾ। ਹੁਣ ਇਹਨੂੰ ਕਹਿਣਾ ਨਹੀਂ ਹੈ, ਇਹ ਆਪਣੇ ਆਪ ਹੀ ਬਹੇਗਾ। ਫਿਰ ਜਦੋਂ ਬਹਿ ਜਾਂਦਾ ਫਿਰ ਆਪਾਂ ਕਹਿੰਦੇ ਹੁੰਦੇ ਨਾ ਵੀ ਹੁਣ ਦੱਸ, ਆਪਣੇ ਆਪ ਹੀ ਟਿਕ ਕੇ ਬਹਿ ਗਿਆ ਨਾ। ਤੈਨੂੰ ਪਹਿਲਾਂ ਕਹਿੰਦੇ ਸੀ ਵੀ ਬਹਿ ਜਾ, ਉਦੋਂ ਤੂੰ ਬਹਿੰਦਾ ਨਹੀਂ ਸੀ, ਹੁਣ ਬਹਿ ਗਿਆ। ਬੱਚੇ ਦੀ ਗੱਲ ਹੀ ਆਪਾਂ ਕਰ ਲਈਏ, ਬੱਚਿਆਂ ਨੂੰ ਕਹੋ ਤਾਂ ਨਹੀਂ ਬਹਿੰਦੇ, ਅਤੇ ਜਦੋਂ ਥੱਕ ਜਾਣ
ਫਿਰ ਵੇਖ ਲਓ ਡਿੱਗ ਪੈਂਦੇ ਨਾ ਆਪਣੇ ਆਪ ਬੈੱਡ ਦੇ ਉੱਤੇ। ਇੱਦਾਂ ਦੀ ਹਾਲ ਹੈ। ਸਤਿਗੁਰੂ ਕਹਿੰਦੇ ਵੀ ਜਿਹੜੇ ਪਹਿਲਾਂ ਤੈਨੂੰ ਟਿਕਣ ਨਹੀਂ ਸੀ ਦਿੰਦੇ, ਹੁਣ ਕੀ ਹੋ ਗਿਆ ਵੀ ਆਪਣੇ ਆਪ ਹੀ ਟਿਕ ਕੇ ਬਹਿ ਗਏ ਨੇ। ਆਪ ਆਪਣੇ ਭਰਮ ਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮਤੇ। ਜਿਹੜਾ ਮਨ ਹਾਥੀ ਦੇ ਵਾਂਗੂ ਸਾਰੀਆਂ ਚੀਜ਼ਾਂ ਗਾਈ ਜਾਂਦਾ ਸੀ, ਮਤਲਬ ਹਾਥੀ ਕਿਤੇ ਵੇਖੋ ਨਾ, ਜੇ ਜੰਗਲ ਦੇ ਵਿੱਚ ਨਿਕਲਦਾ ਪਿਆ ਹੋਵੇ ਤਾਂ ਜਿਹੜਾ ਮਾੜਾ ਮੋਟਾ ਪੌਦਾ ਉਹਦੇ ਪੈਰ ਥੱਲੇ ਆ ਗਿਆ ਉਹਨੇ ਬਖਸ਼ਣਾ ਥੋੜ੍ਹਾ, ਉਹਨੇ ਤਾਂ ਬਸ ਮਸਲ ਕੇ ਨਿਕਲ ਹੀ ਜਾਣਾ ਨਾ। ਮਹਾਰਾਜ ਕਹਿੰਦੇ ਮਨ ਇੱਦਾਂ ਫਿਰਦਾ ਤੇਰਾ ਮਸਤ ਹਾਥੀ ਦੇ ਵਾਂਗੂ। ਜਿਹੜਾ ਮਸਤ ਹਾਥੀ ਦੇ ਵਾਂਗੂ ਕਦੀ ਕਿਤੇ ਤੁਰਿਆ ਫਿਰਦਾ ਸੀ, ਕਦੀ ਕਿਤੇ ਤੁਰਿਆ ਫਿਰਦਾ ਸੀ ਨਾ, ਥਾਕਾ, ਉਹ ਥੱਕ ਗਿਆ ਹੁਣ ਨਹੀਂ ਭੱਜਾ ਫਿਰਦਾ। ਥਾਕਾ ਮਨ ਕੁੰਚਰ ਉਰ ਥਾਕਾ, ਉਰ ਦਾ ਮਤਲਬ ਹਿਰਦਾ, ਦਿਲ, ਇਹ ਥੱਕ ਗਿਆ। ਥੱਕਣ ਦਾ ਮਤਲਬ ਕੀ ਹੈ? ਹੁਣ ਇਹ ਦੌੜ ਭੱਜ ਨਹੀਂ ਕਰਦਾ ਗਲਤ ਪਾਸੇ ਨੂੰ। ਤੇਜ ਸੂਤ ਧਰ ਰਮਤੈ, ਮਤਲਬ ਇਹਦੇ ਵਿੱਚੋਂ ਸੱਤਿਆ ਹੀ ਮੁੱਕ ਗਈ ਗਲਤ ਪਾਸੇ ਜਾਣ ਦੀ, ਇਹਦਾ ਜੀ ਹੀ ਨਹੀਂ ਕਰਦਾ। ਮੈਂ ਇਹ ਵੀ ਬੇਨਤੀ ਆਪ ਜੀ ਦੇ ਅੱਗੇ ਰੱਖ ਦੇਵਾਂ, ਲੱਖਾਂ ਕੋਸ਼ਿਸ਼ਾਂ ਕਰ ਲਵੋਗੇ ਨਾ ਵੀ ਭਾਈ ਮੈਂ ਆਹ ਆਦਤ ਛੱਡ ਦੇਣੀ ਹੈ, ਛੁੱਟਦੀ ਨਹੀਂ। ਜਿੰਨਾ ਮਰਜ਼ੀ ਜ਼ੋਰ ਲਾ ਲਵੇ ਬੰਦਾ, ਨਹੀਂ ਛੁੱਟਦੀ। ਜਦੋਂ ਤੱਕ ਮਨ ਅੰਦਰੋਂ ਇਹ ਗੱਲ ਨਹੀਂ ਨਾ ਕਹਿਣੀ ਸ਼ੁਰੂ ਕਰ ਦਿੰਦਾ ਕਿ ਛੱਡ ਪਰਾਂ ਕਿਹੜੇ ਪਾਸੇ ਲੱਗਾ ਹੈ, ਉਦੋਂ ਤੱਕ ਬੰਦਾ ਕਦੀ ਨਹੀਂ ਜੇ ਹਟਦਾ। ਲੱਖਾਂ ਕਹੀ ਜਾਣ, ਮਾਂ ਪਿਓ ਕਹੀ ਜਾਵੇ, ਟੀਚਰ ਕਹੀ ਜਾਵੇ, ਗੁਰੂ ਕਹੀ ਜਾਵੇ, ਕੌਣ ਹਟਦਾ ਹੈ? ਅਸੀਂ ਕਿੰਨਿਆਂ ਨੂੰ ਕਹਿੰਦੇ ਹਾਂ, ਸਾਡੇ ਵਰਗੇ ਰੋਜ਼ ਹੀ ਲੱਗੇ ਹੁੰਦੇ ਵੀ ਇੱਦਾਂ ਕਰੋ ਇੱਦਾਂ ਕਰੋ। ਜਦੋਂ ਤੱਕ ਸਾਡਾ ਆਪਣਾ ਮਨ ਹੀ ਨਹੀਂ ਕਰੇਗਾ, ਉਦੋਂ ਤੱਕ ਕੋਈ ਕਿੱਦਾਂ ਧੱਕੇ ਨਾਲ ਕਰਵਾ ਦੇਵੇਗਾ। ਕੋਈ 2-4 ਦਿਨ ਤੇ ਕਹਿ ਕੇ ਪਾਠ ਕਰਵਾ ਲਵੇਗਾ, ਬਾਅਦ 'ਚ ਕੀ ਕਰਵਾਵੇਗਾ? ਬਾਅਦ 'ਚ ਧੱਕੇ ਨਾਲ ਰੋਜ਼ ਥੋੜ੍ਹਾ ਪਾਠ ਹੁੰਦੇ ਨੇ। ਕਿੰਨੀ ਕੁ ਵਾਰ ਕੋਈ ਧੱਕਾ ਲਾ ਲਵੇਗਾ? ਆਪਾਂ ਵੇਖਦੇ ਹੀ ਹਾਂ, ਉਹ ਜਿਹੜੀਆਂ ਵੱਡੀਆਂ ਗੱਡੀਆਂ ਹੁੰਦੀਆਂ ਨੇ ਜਾਂ ਟਰੈਕਟਰ ਵਗੈਰਾ ਹੁੰਦੇ ਨੇ, ਉਹ ਥੋੜ੍ਹੇ ਜਿਹੇ ਧੱਕੇ ਨਾਲ ਸਟਾਰਟ ਕੀਤੇ ਜਾ ਸਕਦੇ ਨੇ ਤੇ ਫਿਰ ਧੱਕਾ ਲੱਗ ਪੈਂਦਾ, ਫਿਰ ਚੱਲਣ ਲੱਗ ਪੈਂਦੇ ਨੇ। ਹੁਣ ਇਹ ਥੋੜ੍ਹਾ ਹੁੰਦਾ ਵੀ ਧੱਕਾ ਹੀ ਲਾਈ ਜਾਣਾ ਉਹਨੂੰ। ਕਿਸੇ ਨੂੰ 2-4 ਦਿਨ ਤੇ ਕਿਹਾ ਜਾ ਸਕਦਾ ਵੀ ਭਾਈ ਪਾਠ ਕਰ, ਹਫ਼ਤਾ ਕਿਹਾ ਜਾ ਸਕਦਾ ਪਾਠ ਕਰ। ਹੁਣ ਜਿਹਨੂੰ ਸਾਲ ਇਹੋ ਕਹਿਣਾ ਪੈ ਰਿਹਾ, ਉਹਨੂੰ ਤਾਂ ਸਮਝ ਲਓ ਵੀ ਧੱਕਾ ਸਟਾਰਟ ਹੋਇਆ ਪਿਆ, ਉਹਦਾ ਕੀ ਕੰਮ ਹੈ? ਹਜ਼ੂਰ ਕਹਿੰਦੇ ਨਹੀਂ, ਤੇਜ ਸੂਤ ਧਰ ਰਮਤ ਹੈ, ਸੱਤਿਆ ਹੀ ਖਤਮ ਹੋ ਗਈ, ਗਲਤ ਪਾਸੇ ਜਾਣ ਨੂੰ ਜੀ ਹੀ ਨਹੀਂ ਕਰਦਾ। ਮੈਂ ਬੇਨਤੀ ਕੀਤੀ ਹੈ, ਜਿਹੜੀਆਂ ਆਦਤਾਂ ਸਾਡਾ ਦਿਲ ਨਹੀਂ ਨਾ ਕਰਦਾ ਛੱਡਣ ਨੂੰ, ਅਸੀਂ ਨਹੀਂ ਛੱਡ ਸਕਦੇ। ਜਦੋਂ ਸਾਡਾ ਮਨ ਹੀ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ ਤਾਂ ਕਿੱਦਾਂ ਛੱਡ ਦੇਵਾਂਗੇ? ਇਸ ਕਰਕੇ ਮਹਾਰਾਜ ਨੇ ਵਾਰ-ਵਾਰ ਇੱਕ ਗੱਲ ਬੋਲੀ ਹੈ ਵੀ ਮਹਾਰਾਜ ਦੇ ਕੋਲੋਂ ਅਰਦਾਸ ਕਰੋ, ਸੱਚੇ ਪਾਤਸ਼ਾਹ ਮੇਰਾ ਮਨ ਬਦਲ ਜਾਵੇ। ਇਹਨੂੰ ਕਿਤੇ ਪੜ੍ਹ ਕੇ ਵੇਖਣਾ, ਬੜੀ ਤਾਕਤ ਹੈ ਮਹਾਰਾਜ ਦੇ ਇਸ ਸ਼ਲੋਕ ਦੇ ਵਿੱਚ। ਸਤਿਗੁਰੂ ਜੀ ਦਾ ਅਸ਼ਟਪਦੀ ਹੈ ਸੁਖਮਨੀ ਸਾਹਿਬ ਦੇ ਵਿੱਚ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤਿਗੁਰੂ ਇਸ ਸ਼ਬਦ ਦਾ ਕਿਤੇ ਪਾਠ ਕਰਕੇ ਵੇਖਿਓ, ਮਹਾਰਾਜ ਬਖਸ਼ ਲਵੇ। ਫਿਰ ਜੋ ਕੁਝ ਵਾਪਰੇਗਾ ਉਹ ਤੁਹਾਡੀ ਆਪਣੀ ਜ਼ਿੰਦਗੀ ਦਾ ਪਰਸਨਲ ਹੋਵੇਗਾ। ਮਿਰਤਕ ਪਏ, ਇਹਦਾ ਮਤਲਬ ਕੀ ਹੈ? ਜਿਹੜੇ ਮੇਰੇ ਅੰਦਰ ਦੇ ਖਿਆਲ ਸੀ ਨਾ, ਮਾੜੇ ਖਿਆਲ ਸੀ, ਉਹ ਮਿਰਤਕ ਹੋ ਗਏ। ਇਹ ਨਹੀਂ ਵੀ ਕੋਈ ਬੰਦੇ ਦੇ ਮਿਰਤਕ ਹੋਣ ਦੀ ਗੱਲ ਹੈ, ਇਹ ਮਾੜੇ ਖਿਆਲਾਂ ਦੇ ਮਰਨ ਦੀ ਗੱਲ ਹੈ। 10 ਬੰਦ ਛੂਟੇ, 10 ਜਿਹੜੇ ਮੇਰੇ ਗਿਆਨ ਇੰਦਰੀ ਤੇ ਕਰਮ ਇੰਦਰੀ ਵੱਖਰਾ ਵੱਖਰਾ ਕੰਮ ਕਰਦੇ ਪਏ ਸੀ ਨਾ, ਮਹਾਰਾਜ ਕਹਿੰਦੇ ਉਹ ਛੁੱਟ ਗਏ। ਮਤਲਬ ਮੇਰਾ ਇਹਨਾਂ ਤੋਂ ਖਹਿੜਾ ਛੁੱਟ ਗਿਆ। ਹੁਣ ਮੈਂ ਇਹਨਾਂ ਦੇ ਅਧੀਨ ਨਹੀਂ ਚੱਲਦਾ, ਇਹ ਮੇਰੇ ਅਧੀਨ ਚੱਲਦੇ ਨੇ। ਅੱਖਾਂ ਮੇਰੇ ਆਖੇ ਲਾ ਕੇ ਚੱਲਦੀਆਂ ਨੇ, ਮੈਂ ਅੱਖਾਂ ਦੇ ਆਖੇ ਲਾ ਕੇ ਨਹੀਂ ਚੱਲਦਾ। ਮਿੱਤਰ ਭਾਈ ਸਭ ਸ਼ੋਰੇ, ਇਹਨਾਂ ਨੇ ਆਪਣੇ ਮਿੱਤਰ ਭਰਾ ਸਾਰੇ ਹੀ ਛੱਡ ਦਿੱਤੇ ਨੇ। ਮਤਲਬ ਜਿਨ੍ਹਾਂ ਚੀਜ਼ਾਂ ਤੋਂ ਹੈਲਪ ਲੈ ਕੇ ਇਹ ਗਲਤ ਆਦਤਾਂ ਪਕਾਉਂਦੇ ਸੀ ਨਾ, ਇਹਨਾਂ ਨੇ ਸਾਰੇ ਹੀ ਛੱਡ ਦਿੱਤੇ ਨੇ। ਤੇ ਬਾਬਾ ਕਬੀਰ ਕੀ ਕਹਿੰਦੇ? ਕਹਿਤ ਕਬੀਰਾ ਜੋ ਹਰ ਧਿਆਵੇ, ਜੀਵਤ ਬੰਧਨ ਤੋਰੇ। ਆਹ ਵੇਖੋ, ਬਾਬਾ ਕਬੀਰ ਕਹਿੰਦੇ ਨੇ ਜਿਹੜਾ ਬੰਦਾ ਮਾਲਕ ਨੂੰ ਜਪਦਾ ਹੈ, ਉਹਦੀ ਬੰਦਗੀ ਕਰਦਾ ਹੈ, ਜਿਉਂਦਿਆਂ ਜੀ ਆਪਣੇ ਬੰਧਨ ਤੋੜ ਲੈਂਦਾ ਹੈ। ਜੀਵਤ ਬੰਧਨ ਤੋੜਿਆ ਦਾ ਮਤਲਬ ਇਹ ਹੈ ਵੀ ਜਿਉਂਦਿਆਂ ਲਈ ਇਹ ਸ਼ਬਦ ਹੈ, ਚੜ੍ਹਾਈ ਕਰਦਿਆਂ ਲਈ ਸ਼ਬਦ ਨਹੀਂ ਹੈ। ਜੀਵਤ ਬੰਧਨ ਤੋੜਿਆ, ਆਪਣੇ ਆਪ ਜਿਉਂਦਿਆਂ ਜੀ ਇਸ ਗੱਲ ਦੇ ਉੱਤੇ ਕੰਟਰੋਲ ਰੱਖ ਕੇ ਚੱਲਣਾ। ਉਹਨੂੰ ਬਾਬਾ ਕਬੀਰ ਨੇ ਸ਼ਲੋਕ ਦੇ ਵਿੱਚ ਬੋਲਿਆ ਹੈ ਕਿ ਭਾਈ ਆ ਜਿਹੜਾ ਰੌਲਾ ਸਾਡੇ ਅੰਦਰ ਚੱਲਦਾ ਪਿਆ ਸੀ ਨਾ, ਵੀ ਆਓ ਸ਼ੋਰ ਪੈ ਗਿਆ, ਜਿੰਨਾ ਸ਼ੋਰ ਹੋਵੇ ਓਨਾ ਆਨੰਦ ਘੱਟ ਹੁੰਦਾ ਹੈ। ਉਹ ਸ਼ੋਰ ਜਿਹੜਾ ਸਾਡੇ ਅੰਦਰ ਸੀ ਨਾ, ਮਹਾਰਾਜ ਕਹਿੰਦੇ ਸ਼ੋਰ ਖਤਮ ਹੋ ਗਿਆ ਹੈ, ਹੁਣ ਨਹੀਂ। ਹਜ਼ੂਰ ਦਾ ਬਚਨ ਵੇਖੋ, ਕਬੀਰ ਜੋ ਹਮ ਜੰਤ ਬਜਾਵਤੇ, ਜਿਹੜਾ ਰੌਲੇ ਗੌਲੇ ਦਾ ਸ਼ੋਰ ਦਾ ਵਾਜਾ ਅਸੀਂ ਆਪਣੇ ਅੰਦਰ ਵਜਾ ਰਹੇ ਸੀ ਨਾ, ਟੂਟ ਗਈ ਸਭ ਤਾਰ। ਸਮਝ ਲਓ ਉਹ ਰੌਲੇ ਵਾਲਾ ਵਾਜਾ ਹੀ ਟੁੱਟ ਗਿਆ ਸਾਡੇ ਅੰਦਰੋਂ। ਹੁਣ ਸਾਡੇ ਅੰਦਰੋਂ ਰੌਲਾ ਹੀ ਨਹੀਂ ਪੈਦਾ ਹੁੰਦਾ। ਇੱਕ ਚੀਜ਼ ਆਪ ਜੀ ਦੇ ਅੱਗੇ ਹੋਰ ਰੱਖ ਦੇਵਾਂ, ਇਹ ਤਾਂ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ। ਰੌਲਾ ਸੁਣਨਾ ਚੰਗਾ ਨਹੀਂ ਲੱਗਦਾ, ਪਰ ਚੰਗੀ ਆਵਾਜ਼ ਸੁਣਨੀ ਬੜੀ ਵਧੀਆ ਲੱਗਦੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ,
ਕਾਉ ਨਾ ਭਾਵੈ ਬੋਲਿਆ ਕੋਇਲ ਬੋਲੀ ਸਭਨਾ ਪਾਣੀ। ਕਾਂ ਦਾ ਰੰਗ ਵੀ ਕਾਲਾ ਹੁੰਦਾ ਅਤੇ ਕੋਇਲ ਦਾ ਰੰਗ ਵੀ ਕਾਲਾ ਹੀ ਹੁੰਦਾ, ਪਰ ਕਾਂ ਦੀ ਬੋਲੀ ਬੜੀ ਬੁਰੀ ਲੱਗਦੀ ਹੈ, ਪਰ ਕੋਇਲ ਦੀ ਬੋਲੀ ਬੜੀ ਮਿੱਠੀ ਲੱਗਦੀ ਹੈ। ਇਹ ਤਾਂ ਮੈਂ ਵੈਸੇ ਵੀ ਕਹਿੰਦਾ ਹੁੰਦਾ ਹਾਂ ਵੀ ਆਹ ਗਲੀਆਂ ਨੇ, ਕਿਤੇ ਤੁਸੀਂ ਸਵੇਰੇ 4 ਵਜੇ ਉੱਠ ਕੇ ਵੇਖੋ, 6 ਵਜੇ ਉੱਠ ਕੇ ਵੇਖੋ, ਅਤੇ ਆਹ ਜਿਹੜੇ ਕੁੱਤੇ ਭੌਂਕਦੇ ਨੇ ਕਿੰਨੇ ਬੁਰੇ ਲੱਗਦੇ ਨੇ। ਔਰ ਇੱਥੇ ਤਾਂ ਹੁਣ ਕਿਉਂਕਿ ਸ਼ਾਮਾਂ ਨੂੰ ਤਾਂ ਰੌਲਾ ਬਹੁਤ ਹੁੰਦਾ ਨਾ ਬਾਕੀ ਚੀਜ਼ਾਂ ਦਾ, ਅਤੇ ਇਸ ਕਰਕੇ ਬਹੁਤੀ ਵਾਰ ਇਹਨਾਂ ਦੀ ਆਵਾਜ਼ ਸੁਣਦੀ ਵੀ ਨਹੀਂ ਆ। 4 ਵਜੇ 5 ਵਜੇ ਜਦੋਂ ਸਵੇਰ ਦਾ ਵੇਲਾ ਹੁੰਦਾ ਨਾ, ਅਤੇ ਵੇਖੋ ਬਾਕੀ ਸਾਰੇ ਸੁੱਤੇ ਹੁੰਦੇ ਨੇ, ਬਾਕੀ ਚੀਜ਼ਾਂ ਦੀ ਆਵਾਜ਼ ਨਹੀਂ ਹੋ ਰਹੀ ਹੁੰਦੀ, ਫਿਰ ਇਹ ਇਕੱਲੇ ਹੀ ਗੱਜਦੇ ਨੇ, ਫਿਰ ਇੰਨੇ ਜ਼ਿਆਦਾ ਬੁਰੇ ਲੱਗਦੇ ਨੇ ਵੀ ਸਮਝ ਲਓ ਵੀ ਇੰਝ ਲੱਗਦਾ ਵੀ ਇਹ ਕਰ ਕੀ ਰਹੇ ਨੇ। ਕਿੰਨਾ ਸਾਊਂਡ ਬੁਰਾ ਲੱਗਦਾ ਹੈ। ਮੈਂ ਨਹੀਂ ਕਹਿੰਦਾ ਵੀ ਸਾਊਂਡ ਬੁਰਾ ਹੈ, ਪਰ ਲੱਗਦਾ ਤਾਂ ਹੈ। ਹੋ ਸਕਦਾ ਹੈ ਹੁਣ ਮਾਲਕ ਨੇ ਆਵਾਜ਼ਾਂ ਹੀ ਇੱਦਾਂ ਦੀਆਂ ਪਾਈਆਂ ਨੇ, ਉਹਨਾਂ ਨੂੰ ਕੀ ਕਰ ਲੈਣ। ਪਰ ਉਹ ਵੇਖੋ ਕਿੰਨੇ ਨਿਕੰਮੇ ਲੱਗਦੇ ਨੇ ਵੀ ਸਵੇਰੇ ਕੰਨ ਖਾ ਰਹੇ। ਜੇ ਕਿਤੇ ਮਹਿਸੂਸ ਕੀਤਾ ਹੋਵੇਗਾ, ਆਪ ਜੀ ਨੇ ਸੁਣਿਆ ਹੋਵੇਗਾ ਇਹਨਾਂ ਨੂੰ। ਦਾਤਾਰ ਕਹਿੰਦੇ ਨੇ ਭਾਈ ਇਹ ਜਿਹੜਾ ਮੇਰੇ ਅੰਦਰ ਬੇਸੁਰਾਪਨ ਸੀ ਨਾ, ਵੀ ਕੋਈ ਕਿਸੇ ਪਾਸੇ ਨੂੰ ਚੱਲਦਾ ਪਿਆ, ਕੋਈ ਖਿੱਚ ਕਿਸੇ ਪਾਸੇ ਨੂੰ ਤੁਰਦੀ ਪਈ ਹੈ, ਇਹ ਸਮਝ ਲਓ ਟੁੱਟ ਗਿਆ। ਔਰ ਇਕੱਲਾ ਇਹ ਹੀ ਨਹੀਂ ਟੁੱਟਾ, ਮੇਰਾ ਮਨ ਵੀ ਇਸ ਪਾਸੇ ਤੋਂ ਹਟ ਗਿਆ। ਜਦੋਂ ਮਨ ਹੀ ਨਹੀਂ ਉਸ ਪਾਸੇ ਜਾਂਦਾ ਅਤੇ ਫਿਰ ਬਾਕੀ ਚੀਜ਼ਾਂ ਦਾ ਕੀ ਜਿਹੜਾ ਹੈ ਉਹ ਭਰੋਸਾ ਹੈ ਵੀ ਬਾਕੀ ਚੀਜ਼ਾਂ ਉੱਧਰ ਜਾਣਗੀਆਂ। ਮੇਰਾ ਮਨ ਹੀ ਬਦਲ ਗਿਆ ਅਤੇ ਬਾਕੀ ਚੀਜ਼ਾਂ ਆਪਣੇ ਆਪ ਹੀ ਬਦਲ ਗਈਆਂ। ਹੈ ਤੇ ਮਨ ਬਦਲਣ ਦੀ ਗੱਲ ਨਾ ਵੀ ਮਾਧੋ ਦਾਸ ਬੰਦਾ ਸਿੰਘ ਬਹਾਦਰ ਬਣ ਜਾਂਦਾ, ਗੱਲ ਤੇ ਮਨ ਬਦਲਣ ਦੀ ਹੈ। ਜਿੱਦਣ ਤੁਹਾਡਾ ਮਨ ਕਿਸੇ ਚੀਜ਼ ਤੋਂ ਬਦਲ ਗਿਆ, ਸਮੇਤ ਮੇਰੇ ਜੋ ਹਰਕਤਾਂ ਪਹਿਲਾਂ ਕਰਦੇ ਹਾਂ ਉਹ ਹਰਕਤਾਂ ਸਾਰੀਆਂ ਹੀ ਬਦਲ ਜਾਂਦੀਆਂ ਨੇ। ਮਨ ਹੀ ਤੇ ਹੈ ਜਿਹਦੇ ਕਰਕੇ ਬੰਦਾ ਹੁੰਦਾ ਹੈ, ਪਰ ਕੰਮ ਜਿਹੜੇ ਨੇ ਉਹ ਜਾਨਵਰਾਂ ਵਾਲੇ ਕਰੀ ਜਾਂਦਾ। ਮਨ ਹੀ ਤੇ ਹੈ ਜਿਹਦੇ ਕਰਕੇ ਹੈ ਤੇ ਬੰਦਾ ਆਮ ਜਿਹਾ ਹੈ, ਪਰ ਕੰਮ ਦੇਵਤਿਆਂ ਵਾਲੇ ਕਰੀ ਜਾਂਦਾ। ਜੰਤ ਵਿਚਾਰਾ ਕਿਆ ਕਰੇ, ਚੱਲੇ ਵਜਾਵਨ ਹਾਰ। ਇਸ ਮਨ ਨੂੰ ਵਜਾਉਣ ਵਾਲਾ, ਇਸ ਵਾਜੇ ਨੂੰ ਵਜਾਉਣ ਵਾਲਾ ਜਿਹੜਾ ਮਨ ਸੀ ਨਾ, ਹਜ਼ੂਰ ਕਹਿੰਦੇ ਉਹ ਵੀ ਬਦਲ ਗਿਆ ਹੈ, ਉਹੀ ਦੂਜਾ ਹੋ ਗਿਆ ਹੈ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਇਹ ਵੀ ਗੁਰੂ ਦੀ ਬਰਕਤ ਹੋ ਗਈ, ਸਾਡੇ ਸੁਭਾਅ ਦੇ ਵਿੱਚ ਤਬਦੀਲੀ ਹੋ ਗਈ। ਇਸ ਕਰਕੇ ਅਗਲਾ ਸ਼ਬਦ ਮਹਾਰਾਜ ਜੀ ਦੀ ਬਾਣੀ ਦਾ ਹੈ। ਹੁਣ ਇਹ ਫਿਰ ਉਹੀ ਸ਼ਲੋਕ ਜਿਹੜੇ ਪਿਛਲੇ ਚੱਲਦੇ ਆ ਰਹੇ ਨੇ। ਉਹਦੇ ਕੋਲ ਜਾ ਕੇ ਬੈਠੋ ਜਿਹੜਾ ਬੰਦਾ ਸਾਡੇ ਮਨ ਦੇ ਭਰਮ ਦੂਰ ਕਰ ਦੇਵੇ, ਜਿਹੜਾ ਬੰਦਾ ਸਾਡੇ ਮਨ ਦਾ ਸੁਭਾਅ ਚੇਂਜ ਕਰ ਦੇਵੇ। ਉਹਦੇ ਕੋਲ ਜਾ ਕੇ ਬੈਠੋ ਜਿਹੜਾ ਬੰਦਾ ਸਾਡਾ ਗਲਤ ਸੋਚਣਾ ਬੰਦ ਕਰਵਾ ਦੇਵੇ। ਅਤੇ ਜੇ ਸਾਡਾ ਗਲਤ ਸੋਚਣਾ ਨਹੀਂ ਬੰਦ ਕਰਵਾ ਸਕਦਾ, ਅਤੇ ਬਾਬਾ ਕਬੀਰ ਦਾ ਉਹੀ ਖਿਆਲ ਹੈ ਜੋ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਭਾਈ ਆਪ ਤਾਂ ਇਹ ਡੁੱਬਾ ਹੀ ਡੁੱਬਾ, ਇਹਨੇ ਹੋਰ ਵੀ ਕਈਆਂ ਨੂੰ ਲੈ ਕੇ ਡੁੱਬ ਜਾਣਾ ਜੀ। ਜਿੱਦਾਂ ਮਾੜਾ ਟੀਚਰ ਕਈਆਂ ਨੂੰ ਲੈ ਕੇ ਬਹਿ ਜਾਂਦਾ ਨਾ, ਇੱਦਾਂ ਜਿਹੜਾ ਮਾੜਾ ਧਾਰਮਿਕ ਆਗੂ ਹੁੰਦਾ ਹੈ ਨਾ, ਭਾਵੇਂ ਉਹ ਪੰਡਤ ਹੋਵੇ ਅਤੇ ਲੋਕਾਂ ਨੂੰ ਰੋਜ਼ ਮੱਤਾਂ ਦਿੰਦਾ ਹੋਵੇ। ਦਾਤਾਰ ਕੀ ਕਹਿੰਦੇ ਨੇ, ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਵੈਸੇ ਉੱਤੋਂ ਸੋਚਣ ਨੂੰ ਇੰਝ ਲੱਗਦਾ ਵੀ ਇਹ ਸ਼ਲੋਕ ਸ਼ਾਇਦ ਮਾਂ ਦੇ ਬਾਰੇ ਗੱਲ ਕੀਤੀ ਜਾ ਰਹੀ ਹੈ। ਨਹੀਂ, ਮਾਂ ਦੇ ਬਾਰੇ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਕਈਆਂ ਇਲਾਕਿਆਂ ਦੇ ਵਿੱਚ ਇੱਦਾਂ ਕੀਤਾ ਜਾਂਦਾ ਸੀ, ਆਪ ਜੀ ਨੇ ਸ਼ਾਇਦ ਪੜ੍ਹਿਆ ਹੋਵੇਗਾ ਵੀ ਕਿਸੇ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ ਨਾ, ਅਤੇ ਜਦੋਂ ਉਹਦੇ ਪਤੀ ਦੀ ਚੜ੍ਹਾਈ ਕਰ ਜਾਣ ਤੋਂ ਬਾਅਦ ਉਹਦੇ ਇੱਕ ਵਾਰ ਸਿਰ ਦੇ ਜਿਹੜੇ ਕੇਸ ਸੀ ਨਾ ਉਹ ਲਾਹ ਦਿੱਤੇ ਜਾਂਦੇ ਸੀ। ਆਪ ਜੀ ਨੇ ਸ਼ਾਇਦ ਕਿਤੇ ਪੜ੍ਹਿਆ ਹੋਵੇਗਾ ਜਾਂ ਸੁਣਿਆ ਹੋਵੇਗਾ। ਹਿੰਦੁਸਤਾਨ ਦੇ ਕਈਆਂ ਇਲਾਕਿਆਂ ਦੇ ਵਿੱਚ ਪ੍ਰਚਲਿਤ ਰਿਹਾ, ਹੁਣ ਕਾਫੀ ਘਟ ਗਿਆ ਹੈ। ਉਹ ਉਤਾਰ ਦਿੱਤੇ ਜਾਂਦੇ ਸੀ। ਉਹਦਾ ਮਤਲਬ ਕੀ ਹੁੰਦਾ ਸੀ, ਉੱਥੋਂ ਇੱਕ ਗੱਲ ਪਤਾ ਲੱਗ ਗਈ ਵੀ ਭਾਈ ਇਹਦੀ ਜ਼ਿੰਦਗੀ 'ਚ ਦੁੱਖ ਰਹਿ ਗਏ ਨੇ। ਅੱਜ ਉਹਦਾ ਪ੍ਰਤੀਕ ਹੀ ਦੁੱਖ ਹੁੰਦਾ ਸੀ ਵੀ ਇਹ ਮਤਲਬ ਹੁਣ ਇਹ ਆਮ ਬੰਦਿਆਂ ਦੇ ਵਾਂਗ ਨਹੀਂ ਵਿਚਰ ਸਕਦੀ ਹੈ। ਅਤੇ ਮਹਾਰਾਜ ਨੇ ਬਚਾ ਲਿਆ ਸਾਨੂੰ, ਨਹੀਂ ਤਾਂ ਬਹੁਤ ਬੁਰੀ ਹਾਲਤ ਸੀ। ਚਲੋ ਅਸੀਂ ਉਸ ਪਾਸੇ ਦੀ ਗੱਲ ਨਹੀਂ ਕਰਾਂਗੇ। ਹੁਣ ਕੀ ਹੁੰਦਾ ਸੀ ਵੀ ਜੇਕਰ ਪਤੀ ਨਹੀਂ ਹੈ, ਇਹਦਾ ਮਤਲਬ ਹੈ ਵੀ ਉਹਦਾ ਜਿਹੜਾ ਸਿਰ ਮੁੰਨਿਆ ਹੈ, ਉਹਦਾ ਮਤਲਬ ਹੈ ਵੀ ਇਹਦਾ ਪਤੀ ਨਹੀਂ ਹੈ। ਅਤੇ ਹੁਣ ਜੇ ਪਤੀ ਨਹੀਂ ਹੈ ਤਾਂ ਸਿੱਧੀ ਜੀ ਗੱਲ ਹੈ ਵੀ ਉਸ ਘਰ ਦੇ ਵਿੱਚ ਔਲਾਦ ਨਹੀਂ ਹੈ। ਮਹਾਰਾਜ ਜੀ ਥੋੜ੍ਹਾ ਜਿਹਾ ਇਹਨੂੰ ਦੂਸਰੇ ਪਾਸੇ ਤੋਂ ਸੋਚ ਕੇ ਵੇਖਣਾ। ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਹੁਣ ਜੇਕਰ ਗੁਰੂ ਜਿਹੜਾ ਆਪਣੇ ਆਪ ਨੂੰ ਗੁਰੂ ਸਦਵਾ ਰਿਹਾ ਹੈ, ਅਖਵਾ ਰਿਹਾ ਹੈ ਵੀ ਮੇਰੇ ਕੋਲ ਆਇਆ ਕਰੋ ਅਤੇ ਮੈਂ ਤੁਹਾਨੂੰ ਚੰਗੇ ਪਾਸੇ ਲਾ ਦੇਵਾਂਗਾ, ਪਰ ਜੇ ਉਹਦੇ ਚੇਲੇ ਵਹਿਮਾਂ ਦੇ ਵਿੱਚੋਂ ਨਿਕਲ ਹੀ ਨਹੀਂ ਨਾ, ਉਹਦੇ ਚੇਲਿਆਂ ਨੂੰ ਵਹਿਮ ਉਹੀ ਹੋਣ ਜੋ ਵਹਿਮ ਪਹਿਲਾਂ ਸੀ, ਅਤੇ ਮਹਾਰਾਜ ਕਹਿੰਦੇ ਨੇ ਵੀ ਇਹਦਾ ਜਨਮ ਹੀ ਨਾ ਹੁੰਦਾ। ਇਨਡਾਇਰੈਕਟਲੀ ਗੱਲ ਇਹ ਉਹਨੂੰ ਕੀਤੀ ਜਾ ਰਹੀ ਹੈ ਜਿਹੜਾ ਇਸ ਗੱਲ ਦਾ ਦਾਅਵਾ ਕਰਦਾ ਹੈ ਵੀ ਸਾਡੇ ਬਾਬਾ ਜੀ ਦੇ ਕੋਲ ਆਓ, ਸਾਡੇ ਕੋਲ ਆਓ, ਤੁਹਾਡੇ ਵਹਿਮ ਤੋੜ ਦੇਵਾਂਗੇ। ਅਤੇ ਉਹਨਾਂ ਦੇ ਵਹਿਮ ਵੇਖੋ ਕਿੱਦਾਂ ਦੇ ਪਏ ਨੇ। ਇੱਕ ਚੀਜ਼ ਤੋਂ ਹਟਦੇ ਨੇ ਦੂਜੇ ਪਾਸੇ ਪੈ ਜਾਂਦੇ ਨੇ। ਬਾਬਾ ਕਬੀਰ ਕਹਿੰਦੇ ਇਹੋ ਜਿਹੇ ਤਾਂ ਜੰਮਣੇ ਵੀ ਨਹੀਂ ਸੀ ਚਾਹੀਦੇ। ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਜਨਮ ਦੇ ਵਿਰੋਧੀ ਨੇ,
ਮਹਾਰਾਜ ਕਹਿੰਦੇ ਦਾਅਵੇ ਕਿਉਂ ਕਰਦੇ ਪਏ ਨੇ ਵੀ ਸਾਡੇ ਕੋਲ ਆਓ ਤੁਹਾਨੂੰ ਪਾਰ ਲਵਾ ਦੇਵਾਂਗੇ। ਕਿੰਨੇ ਦਾਅਵੇ ਕਰਦੇ ਨੇ ਨਾ, ਬਸ ਸਾਡੇ ਬਾਬਾ ਜੀ ਤੇ 5 ਮਿੰਟਾਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦੇ ਨੇ, ਤੇ ਬਾਅਦ 'ਚ ਭਾਵੇਂ ਆਪ ਬਾਬਾ ਜੀ ਭਾਵੇਂ ਸਾਰੀ ਜ਼ਿੰਦਗੀ ਫਸੇ ਰਹਿਣ। ਕਿੰਨਿਆਂ ਦੇ ਵੇਖ ਲਓ ਟੀ ਵੀ ਚਲਾਓ, ਇਹ ਬਾਬਾ ਜੀ ਘਰ ਬੈਠਿਆਂ ਮੁਸ਼ਕਲਾਂ ਹੱਲ ਕਰ ਦਿੰਦੇ ਨੇ। ਅਤੇ ਇਹੋ ਜਿਹੇ ਬਾਬਿਆਂ ਨੂੰ ਮੈਂ ਤਾਂ ਕਹਿੰਦਾ ਵੀ ਕੈਬਨਿਟ 'ਚ ਰੱਖਣੇ ਚਾਹੀਦੇ ਨੇ ਨਾ, ਵੀ ਦੇਸ਼ ਨੂੰ ਮੁਸ਼ਕਿਲ ਹੀ ਨਾ ਆਵੇ, ਤਾਂ ਫਿਰ ਲੋੜ ਹੀ ਨਹੀਂ। ਉਹ ਜਿੱਦਾਂ ਉਹ ਗੱਲ ਕਰਦੇ ਹੁੰਦੇ ਨਾ, ਉਹ ਵੀ ਆਹ ਤੁਸੀਂ ਗਲ ਦੇ ਵਿੱਚ ਪਾਓ ਅਤੇ ਤੁਹਾਡੇ ਘਰ ਦੀਆਂ ਟੈਨਸ਼ਨਾਂ ਦੂਰ। ਅਤੇ ਮੈਂ ਬੜੀ ਵਾਰ ਸਾਡੇ ਬਾਬਾ ਜੀ ਹੁੰਦੇ ਦੱਸਦੇ ਵੀ ਇਹਨਾਂ 3000 ਦਾ ਵਿਕ ਗਿਆ, ਇਹਦੇ 10 ਵਿਕ ਗਏ ਅਤੇ ਇਹਦਾ 30,000 ਰੁਪਈਆ ਦਿਨ ਦਾ ਬਣ ਜਾਣਾ। ਅਤੇ ਜਿਹਦਾ 30,000 ਦਿਨ ਦਾ ਬਣਦਾ ਪਿਆ ਹੈ ਉਹਨੂੰ ਕੀ ਲੋੜ ਹੈ ਇਹ ਕਹਿਣ ਦੀ ਵੀ ਤੁਸੀਂ ਨਾ ਪਾਓ। ਉਹ 10,000 ਐਡ ਵਾਲੇ ਨੂੰ ਵੀ ਦੇਵੇਗਾ ਨਾ ਟੀ ਵੀ ਦੇ ਉੱਤੇ, ਅਤੇ ਸਾਰਾ ਦਿਨ ਐਡ ਚੱਲਦੀ ਰਹਿਣੀ ਹੈ, 20,000 ਫਿਰ ਉਹਦੀ ਜੇਬ ਦੇ ਵਿੱਚ ਪੈ ਜਾਣਾ। ਇਹੋ ਜਿਹੇ ਸਤਿਗੁਰੂ ਕਹਿੰਦੇ ਜੇ ਇਹਨਾਂ ਦੇ ਚੇਲਿਆਂ ਦੇ ਕੋਲੋਂ ਵਹਿਮ ਹੀ ਨਹੀਂ ਦੂਰ ਹੁੰਦਾ। ਆ ਪਿੱਛੇ ਜੇ ਇੱਕ ਬਾਬਾ ਬੜਾ ਪ੍ਰਚਲਿਤ ਹੋਇਆ ਸੀ, ਤੁਸੀਂ ਵੇਖੋ, ਉਹ ਲੋਕਾਂ ਨੂੰ ਕੋਕੋ ਕੋਲਾ ਹੀ ਪਿਆ ਕੇ ਕਹੀ ਜਾਂਦਾ ਹੁੰਦਾ ਸੀ ਵੀ ਕਿਰਪਾ ਆ ਜਾਣੀ ਹੈ, ਅਤੇ ਲੋਕ ਭੱਜੇ ਫਿਰਦੇ ਸੀ ਵੀ ਸ਼ਾਇਦ ਖਰੇ ਕੋਕੋ ਕੋਲਾ 'ਚ ਹੀ ਕਿਰਪਾ ਤੁਰਦੀ ਫਿਰਦੀ ਹੈ। ਕਿੰਨੇ ਨੇ ਆ ਹੁਣ ਹੀ ਥੋੜ੍ਹੀ ਜਿਹੀ ਉਹਦਾ ਕੰਮ ਠੰਡਾ ਹੋਇਆ, ਨਹੀਂ ਤਾਂ ਵੇਖੋ ਕਿੱਦਾਂ ਲੋਕ ਤੁਰੇ ਫਿਰਦੇ ਨੇ। ਇੱਕ ਬਾਬਾ ਨਹੀਂ ਹੈ ਇੱਦਾਂ ਦਾ, ਬੜੇ ਨੇ। ਇਹਨਾਂ ਦੇ ਤਾਂ ਚਲੋ ਮਸ਼ਹੂਰੀ ਸਾਹਮਣੇ ਆ ਗਈ, ਕਈਆਂ ਦਾ ਤਾਂ ਨਾਮ ਵੀ ਨਹੀਂ ਸਾਹਮਣੇ ਆਉਂਦਾ। ਲੋਕਾਂ ਨੇ ਘਰਾਂ 'ਚ ਫੋਟੋਆਂ ਲਾ ਕੇ ਰੱਖੀਆਂ ਵੀ ਜੋ ਕੁਝ ਇਹਦੇ ਕੋਲ ਗਿਆ। ਬਾਬਾ ਕਬੀਰ ਕਹਿੰਦੇ ਜੇ ਕਿਤੇ ਇਹੋ ਜਿਹਾ ਗੁਰੂ ਆਪਣੇ ਆਉਣ ਵਾਲੇ ਚੇਲਿਆਂ ਦੇ ਭਰਮ ਨਹੀਂ ਦੂਰ ਕਰ ਸਕਦਾ, ਵਹਿਮ ਨਹੀਂ ਦੂਰ ਕਰ ਸਕਦਾ, ਉਹਦੇ ਚੇਲੇ ਉੱਦਾਂ ਦੇ ਹੀ ਨੇ ਜਿੱਦਾਂ ਦੇ ਉਹਦੇ ਕੋਲ ਆਉਣ ਤੋਂ ਪਹਿਲਾਂ ਸੀ, ਅਤੇ ਆ ਕੇ ਵੀ ਉੱਦਾਂ ਦੇ ਹੀ ਰਹਿ ਗਏ। ਦਾਤਾਰ ਕਹਿੰਦੇ ਇਹੋ ਜਿਹੇ ਤਾਂ ਗੁਰੂ ਹੋਣੇ ਵੀ ਨਹੀਂ ਚਾਹੀਦੇ। ਉਹੀ ਗੱਲ ਹੈ ਵੀ ਮਾੜਾ ਟੀਚਰ ਹੋਵੇ ਵੀ ਕਿਉਂ, ਜੇ ਬੱਚੇ ਹੀ ਫੇਲ ਕਰਨ ਤਾਂ ਇਹੋ ਜਿਹਾ ਟੀਚਰ ਹੋਣਾ ਵੀ ਨਹੀਂ ਚਾਹੀਦਾ। ਅਤੇ ਇਹੋ ਜਿਹਾ ਗੁਰੂ ਕਿੱਦਾਂ ਹੋਵੇ, ਇਹੋ ਜਿਹਾ ਧਾਰਮਿਕ ਆਗੂ ਵੀ ਨਹੀਂ ਹੋਣਾ ਚਾਹੀਦਾ। ਨਾਨਕ ਅੰਧਾ ਹੋਏ ਕਿਆ ਦੱਸੈ ਰਾਹ ਹੈ, ਸਭ ਸਮੁਹਾਏ ਸਾਥ ਹੈ। ਜਿਹੜਾ ਅੰਨਾ ਬੰਦਾ ਕਿਸੇ ਨੂੰ ਰਾਹ ਦੱਸੇਗਾ, ਫਿਰ ਉਹਦਾ ਰਾਹ ਦੱਸਿਆ ਵੀ ਵੇਖੋ ਕਿੱਦਾਂ ਦਾ ਹੋਵੇਗਾ ਨਾ। ਇਸ ਕਰਕੇ ਸਤਿਗੁਰੂ ਕਹਿੰਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਹੁੰ ਬੇਦ ਮੇ, ਚੇਲੇ ਦੀਏ ਬਹਾਏ। ਆਪ ਤੇ ਕਰਮ ਕਾਂਡਾਂ 'ਚ ਡੁੱਬ ਗਏ ਵੀ ਭਾਈ ਉਹ ਵੇਖੋ, ਉਹ ਆਪ ਲੋਕਾਂ ਨੂੰ ਕਹਿੰਦੇ ਨੇ ਨਾ ਵੀ ਤੁਸੀਂ ਇੱਦਣ ਪੀਲਾ ਪ੍ਰਸ਼ਾਦ ਚੜਾਓ, ਆਹ ਤੁਹਾਡਾ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਮਹੂਰਤ ਬੜਾ ਵਧੀਆ ਹੈ, ਇੰਨੇ ਮਿੰਟ 'ਤੇ ਆਹ ਕੰਮ ਨਹੀਂ ਹੈ। ਮੈਂ ਆਪ ਜੀ ਦੇ ਅੱਗੇ ਆਖਰੀ ਗੱਲ ਕਹਿ ਕੇ ਸਮਾਪਤੀ ਕਰ ਦੇਵਾਂਗਾ। ਮੈਨੂੰ ਥੋੜ੍ਹੇ ਦਿਨ ਪਹਿਲਾਂ ਗੱਲ ਪਤਾ ਲੱਗੀ, ਕਿੱਡੇ ਕਿੱਡੇ ਵਹਿਮਾਂ 'ਚ ਲੋਕ ਨੇ, ਹੱਦ ਹੋ ਜਾਂਦੀ ਹੈ। ਮਹਾਰਾਜ ਬਚਾ ਲਵੇ। ਉਹ ਕਹਿੰਦੇ ਕਿ ਉਹਨਾਂ ਦੇ ਘਰ ਨਾ ਉਹ ਬੱਚੀ ਦਾ ਜਨਮ ਹੋਇਆ ਸੀ, ਅਤੇ ਮੈਨੂੰ ਜਾਣ ਦਾ ਮੌਕਾ ਮਿਲ ਪਿਆ, ਅਤੇ ਉਹ ਦੱਸਦੇ ਪਏ ਸੀ, ਕਹਿੰਦੇ ਸਾਡੇ ਕੋਲ ਨਾ ਜਦੋਂ ਬੱਚੀ ਦਾ ਜਨਮ ਹੋਇਆ ਤਾਂ ਉਹ ਤੋਂ ਅਗਲੇ ਦਿਨ ਡਾਕਟਰ ਆ ਗਏ। ਉਹ ਡਾਕਟਰ ਕੀ, ਉਹ ਪੰਡਿਤ ਆ ਗਏ ਹੋਸਪਿਟਲ ਦੇ ਵਿੱਚ ਹੁਣ, ਅਤੇ ਉਹਨਾਂ ਨੇ ਉੱਥੇ ਵੀ ਕਾਰੋਬਾਰ ਵਧਾ ਲਿਆ ਨਾ ਆਪਣਾ, ਕਿ ਅਸੀਂ ਉੱਥੇ ਵੀ ਜਾਣਾ। ਅਤੇ ਉਹ ਕੀ ਕਿ ਕਹਿੰਦੇ ਵੀ ਉਹ ਆ ਗਏ ਬੱਚੀ ਦੇ ਉੱਤੇ ਕੁਝ ਨਿਸ਼ਾਨੀਆਂ ਲਾਉਣ, ਟਿੱਕੇ ਲਾਉਣ, ਵੀ ਅਸੀਂ ਲਾਉਣਾ ਹੈ, ਵੀ ਸਾਡੀਆਂ ਰਸਮਾਂ ਹੁੰਦੀਆਂ ਨੇ, ਵੀ ਚਲੋ ਰਸਮਾਂ ਕਾਹਦੀਆਂ, ਵੀ ਲਾਵਾਂਗੇ ਨਿਸ਼ਾਨੀਆਂ, ਅਤੇ ਉਹ 2-4 ਜਿਹੜੇ ਪੈਸੇ ਦੇਣਗੇ ਕਰਦੇ। ਅਤੇ ਉਹ ਕਹਿੰਦੇ ਵੀ ਨਹੀਂ ਸਾਡੇ ਵਿੱਚ ਇਹ ਰਿਵਾਜ਼ ਨਹੀਂ ਹੈਗਾ, ਉਹਨਾਂ ਨੇ ਮਨਾ ਕਰ ਦਿੱਤਾ। ਉੱਥੋਂ ਕਹਿੰਦੇ ਮੈਨੂੰ ਡਾਕਟਰ ਨੇ ਦੱਸਿਆ ਤੁਸੀਂ ਪੜ੍ਹੇ ਲਿਖੇ ਬੈਠੇ ਜੇ, ਮਹਾਰਾਜ ਬਖਸ਼ ਲਵੇ, ਸਾਡੇ ਵਿੱਚ ਇੱਦਾਂ ਦਾ ਕੋਈ ਵਹਿਮ ਹੈ ਵੀ ਨਹੀਂ ਅਤੇ ਹੋਣਾ ਵੀ ਨਹੀਂ ਚਾਹੀਦਾ। ਕਹਿੰਦੇ ਡਾਕਟਰਾਂ ਨੇ ਹੁਣ ਦੀ ਗੱਲ ਹੈ, ਸ਼ਾਇਦ ਆਪ ਜੀ ਦੇ ਨਾਲ ਜ਼ਿਆਦਾ ਕਿਤੇ ਸੁਣੀ ਹੋਵੇਗੀ, ਮੈਂ ਤਾਂ ਪਹਿਲੀ ਵਾਰ ਸੁਣੀ ਸੀ, ਅਤੇ ਮੈਂ ਤਾਂ ਆਪ ਜੀ ਦੇ ਨਾਲ ਰੱਖਦਾ ਪਿਆ, ਸ਼ਾਇਦ ਆਪ ਜੀ ਦੇ ਨੋਰਮਲ ਹੀ ਹੋਵੇਗੀ, ਹੋ ਸਕਦਾ। ਉਹ ਕਹਿੰਦੇ ਵੀ ਡਾਕਟਰਾਂ ਦੇ ਕੋਲੋਂ ਜਿਹੜਾ ਟਾਈਮ ਲਿਆ ਜਾਂਦਾ ਹੈ ਨਾ, ਵੀ ਹਾਂ ਮੰਨ ਲਓ ਵੀ ਇਸ ਦਿਨ ਬੱਚੇ ਦਾ ਜਨਮ ਹੋਣਾ ਹੈ, ਤੁਸੀਂ ਐਡਮਿਟ ਹੋ ਸਕਦੇ ਜੇ ਹੋਸਪਿਟਲ, ਆਪਾਂ ਸਾਰੇ ਟਾਈਮ ਲੈਂਦੇ ਹਾਂ। ਕਹਿੰਦੇ ਜੇ ਕਿਸੇ ਪਰਿਵਾਰ ਨੇ ਮਹੂਰਤ ਕਢਾਇਆ ਹੋਵੇ, ਬੱਚੇ ਦੇ ਜਨਮ ਤੋਂ ਪਹਿਲਾਂ ਵੀ ਮਹੂਰਤ ਕਢਾਇਆ ਹੋਵੇ ਨਾ, ਵੀ ਭਾਈ ਕਿਹੜੇ ਟਾਈਮ 'ਤੇ ਬੱਚਾ ਜਨਮ ਲਵੇਗਾ ਅਤੇ ਜ਼ਿਆਦਾ ਵਧੀਆ ਹੈ, ਡਾਕਟਰਾਂ ਦੇ ਕੋਲ ਫਿਰ ਉਹ ਮਹੂਰਤ ਦੀ ਅਪੁਆਇੰਟਮੈਂਟ ਲੈ ਕੇ ਜਾਂਦੇ ਨੇ ਵੀ ਆਹ ਸਾਡਾ ਮਹੂਰਤ ਨਿਕਲਿਆ ਹੈ, ਤੁਸੀਂ ਇਸ ਟਾਈਮ ਜਿਹੜਾ ਹੈ ਉਹ ਬੱਚੇ ਦਾ ਜਨਮ ਕਰਵਾਉਣਾ ਹੈ। ਫਿਰ ਡਾਕਟਰ ਕਹਿੰਦੇ ਵੀ ਇਹਦੀ ਫੀਸ ਅਸੀਂ ਐਕਸਟਰਾ ਰੱਖੀ ਹੋਈ ਹੈ। ਇਹ ਹੋਸਪਿਟਲ ਦੇ ਵਿੱਚ ਹੋਣ ਵਾਲੀ ਗੱਲ ਹੈ, ਮੈਂ ਵੀਰ ਜੀ ਨੂੰ ਮਿਲਾ ਵੀ ਦੇਵਾਂਗਾ, ਇਹ ਨਹੀਂ ਵੀ ਜਾਣ ਕੇ ਨਹੀਂ ਕਹਿ ਰਿਹਾ ਕਿਸੇ ਨੂੰ, ਮਰਜ਼ ਬਖਸ਼ ਲਵੇ। ਵੇਖੋ ਕਿੱਦਾਂ ਦੇ ਵਹਿਮ ਨੇ, ਅਤੇ ਪੱਕਦੇ ਜਾ ਰਹੇ ਨੇ, ਘਟਦੇ ਨਹੀਂ ਨੇ, ਲੋਕਾਂ ਦੇ ਪੱਕਦੇ ਜਾ ਰਹੇ ਨੇ। ਇੱਥੋਂ ਦੀ ਗੱਲ ਹੈ, ਉਹ ਕੋਈ ਜਾਣਾ ਆਇਆ ਸੀ, ਉਹਨਾਂ ਦਾ ਘਰ ਵਾਲਾ ਬੰਦਾ ਚੜ੍ਹਾਈ ਕਰ ਗਿਆ, ਅਤੇ ਉਹ ਇੱਥੇ ਪਹਿਲਾਂ ਕੋਈ ਗੁਰਦੁਆਰਾ ਸਾਹਿਬ ਪ੍ਰੋਗਰਾਮ ਸੀ, ਅਤੇ ਅਸੀਂ ਕਹਿ ਦਿੱਤਾ ਵੀ ਥੋੜ੍ਹਾ ਜਿਹਾ ਗੈਪ ਪਾ ਕੇ ਤੁਸੀਂ ਅਗਲਾ ਪ੍ਰੋਗਰਾਮ ਬੁਕਿੰਗ ਹੋ ਜਾਵੇਗੀ। ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਸੀ, ਉਹ ਤਾਂ ਆਮ ਸਾਡੇ ਵਰਗੀ ਉਮਰ ਦੇ ਮੁੰਡੇ ਸੀ, ਉਹ ਤਾਂ ਬਹੁਤਾ ਪਰਵਾਹ ਨਹੀਂ ਸੀ ਕਰਦੇ, ਉਹ ਲਿਖਾ ਕੇ ਚਲੇ ਗਏ। ਉਹਨਾਂ ਨੇ ਜਦੋਂ ਘਰ ਜਾ ਕੇ ਦੱਸਿਆ, ਅਤੇ ਘਰ ਦੇ ਕਹਿੰਦੇ ਵੀ ਨਾ ਇਸ ਟਾਈਮ 'ਤੇ ਤਾਂ ਕਰੀਦਾ ਹੀ ਨਹੀਂ ਹੈ। ਹੁਣ ਕੌਣ ਮਨਾਵੇ ਉਹਨਾਂ ਨੂੰ, ਘਰਦਿਆਂ ਨਾਲ ਕੌਣ ਖਪੇ, ਘਰਦਿਆਂ ਦੀ ਫਿਰ ਉਹੀ ਪਿਛਲੀ ਸੋਚ ਵੀ ਨਹੀਂ ਇਹ ਤਾਂ ਟਾਈਮ ਹੀ ਬੜਾ ਗਲਤ ਹੈ। ਕਿੱਦਾਂ ਲੋਕਾਂ ਦੇ ਮਨਾਂ 'ਚ ਭਰਮ ਵੜੇ ਪਏ ਨੇ। ਅਤੇ ਬਾਬਾ ਕਬੀਰ ਕਹਿੰਦੇ ਜੇ ਗੁਰੂਆਂ ਦੇ ਕੋਲ ਜਾ ਕੇ ਚੇਲਿਆਂ ਦੇ ਵਹਿਮ ਨਹੀਂ ਨਾ ਨਿਕਲਣੇ, ਇਹੋ ਜਿਹੇ ਗੁਰੂ ਨਹੀਂ ਹੋਣੇ ਚਾਹੀਦੇ। ਫਿਰ ਇਹ ਤਾਂ ਲੋਕਾਂ ਨੂੰ ਚੰਗੇ ਪਾਸੇ ਆਪ ਤਾਂ ਡੁੱਬੇ ਨੇ, ਲੋਕਾਂ ਨੂੰ ਵੀ ਡੁੱਬ ਕੇ ਰੱਖ ਦਿੱਤਾ ਇਹਨਾਂ ਨੇ। ਆਪ ਡੁੱਬੇ ਚਹੁੰ ਬੇਦ ਮੇ, ਚੇਲੇ ਦੀਏ ਬਹਾਏ। ਆਪ ਤਾਂ ਰੁੜੇ ਚੇਲੇ ਵੀ ਰੁੜ ਕੇ ਰੱਖ ਦਿੱਤੇ।
ਔਰ ਵੇਖ ਲਓ ਕਿੱਦਾਂ ਦੇ ਹਾਲ ਹੋਏ ਪਏ ਨੇ। ਜਿਹੋ ਜਿਹੇ ਗੁਰੂ ਉਹੋ ਜਿਹੇ ਉਹਨਾਂ ਦੇ ਚੇਲੇ, ਸਗੋਂ ਚੇਲੇ ਜ਼ਿਆਦਾ ਗਾਂਹ ਡਿੱਗਦੇ ਨੇ ਜਾ ਕੇ। ਮਹਾਰਾਜ ਬਖਸ਼ ਲਵੇ। ਇਹ 2 ਸਲੋਕ ਨੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਆਪ ਜੀ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਵਿੱਚੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜਾ ਸੀ ਉਹ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਸੀ ਜੋ ਅੱਜ ਅਸੀਂ ਵਿਚਾਰਿਆ ਹੈ। ਆਪ ਜੀ ਦੇ ਚਰਨਾਂ ਦੇ ਵਿੱਚ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।